ਅੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹਿ ਉਚਾਰੀ। ਦੁਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੇ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਏ ਦਰਬਾਰੀ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵਡਿਆਗੀ, ਪਾਵਹਿ ਗਤ ਵਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਵਿੱਤ ਹੋਏ ਸੇ ਜਨਾ, ਜਿਨੀ ਹਰਿ ਧਿਆਇਆ। ਹਰਿ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰਿ ਧਿਆਇਆ। ਹਰਿ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ, ਕੁਟੰਬ ਸਹਿਤ ਸਿਓ। ਪਵਿੱਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ। ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ। ਜਿਨੀ ਗੁਰਮੁਖ ਹਰਿ ਹਰਿ ਧਿਆਇਆ, ਕਹਿਦੇ ਪਵਿੱਤ ਸੁਣਦੇ ਪਵਿੱਤ। ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ। ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਗੁਰੂ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਸੋਹਣੇ ਪ੍ਰਕਾਸ਼ ਹੋਏ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੇ ਵਾਰ ਦਾ ਸੰਪੂਰਨ ਕੀਰਤਨ ਹਰਜਸ ਔਰ ਚੱਲ ਰਹੇ ਲੜੀਵਾਰ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ, ਜੋ ਪਰਮ ਪਵਿੱਤਰ ਬਾਣੀ ਸ੍ਰੀ ਆਨੰਦ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਇਹ ਪਵਿੱਤਰ ਬਾਣੀ ਉਚਾਰਨ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕਰਦਿਆਂ ਹੋਇਆਂ ਆਨੰਦ ਸਾਹਿਬ ਜੀ ਦੀਆਂ 40 ਪੌੜੀਆਂ ਦੇ ਅੰਦਰ ਬਹੁਤ ਹੀ ਸੁੰਦਰ ਇੱਕ ਇੱਕ ਨੁਕਤਾ ਲੈ ਕੇ ਉਹਦੇ ਉੱਪਰ ਬੜੇ ਪਵਿੱਤਰ ਕਲਿਆਣਕਾਰੀ ਉਪਦੇਸ਼ ਬਖਸ਼ੇ ਹਨ। ਅੱਜ ਦੀ ਜੋ ਪੌੜੀ ਹੈ ਇਹਦੇ ਅੰਦਰ ਪਵਿੱਤਰਤਾ ਸ਼ਬਦ ਨੂੰ ਲਿਆ। ਪਵਿੱਤਰਤਾ ਕਿਵੇਂ ਹੁੰਦੀ ਹੈ, ਕੌਣ ਪਵਿੱਤਰ ਹੁੰਦੇ ਹਨ, ਇਹ ਸਾਰੀ ਵਿਆਖਿਆ ਆਪ ਨੇ ਬਖਸ਼ਿਸ਼ ਕੀਤੀ ਹੈ। ਕਿਉਂਕਿ ਧਰਮ ਦੇ 4 ਪਹਿਰ ਹਨ ਜੋ ਗੁਰੂ ਸਾਹਿਬ ਨੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਵਿੱਚ ਕਿਰਪਾ ਕੀਤੀ ਹੈ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤੀਰਥ ਹੈ ਤਪ ਤਪੱਸਿਆ ਕਰਨੀ, ਗੁਰ ਸੇਵਾ ਤਪਾਂ ਸਿਰ ਤਪਸਾਰ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਦਇਆ ਕਰਨੀ, ਬਾਲਕ ਹੈ, ਬੁੱਢਾ ਹੈ, ਰੋਗੀ ਹੈ, ਕੋਈ ਅਪਾਹਜ ਹੈ, ਪਸ਼ੂ ਪੰਛੀ ਉੱਤੇ ਵੀ। ਔਰ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਦਾਨ, ਜਿਹੜਾ ਲੋੜ ਖਾ ਰਿਹਾ ਉਹਨੂੰ ਵਸਤਰ ਹੈ, ਅੰਨ ਪਾਣੀ, ਤੇ ਇਸੇ ਤਰ੍ਹਾਂ ਵਿਦਿਆ ਵਗੈਰਾ ਇਹਦਾ ਦਾਨ ਦੇਣਾ। ਦਾਨ ਵੀ ਕੋਈ ਸਤੋ ਗੁਣੀ ਹੈ, ਕੋਈ ਤਮੋ ਗੁਣੀ ਹੈ, ਕੋਈ ਰਜੋ ਗੁਣੀ ਹੈ। ਇਸ ਵਾਸਤੇ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰਨੀ ਉਹਦਾ ਬੜਾ ਪੁੰਨ ਮਹਾਤਮ ਹੈ। ਇਹ ਪਵਿੱਤਰਤਾ ਦੇ ਸਾਧਨ ਹੈ। ਤੀਰਥ ਜਿਹੜੇ ਆ ਉੱਥੇ ਕਿਸੇ ਨਾ ਕਿਸੇ ਮਹਾਂਪੁਰਖ ਨੇ ਚਰਨ ਪਾਏ, ਨਾਮ ਬਾਣੀ ਦਾ ਅਭਿਆਸ ਕੀਤਾ। 68 ਤੀਰਥ ਜੈ ਸਾਧ ਭਗਤ ਰਹਿ, ਕੋਟ ਬੈਕੁੰਠ ਜਹ ਨਾਮ ਉਚਰ ਹੈ। ਜਿੰਨੇ ਵੀ ਤੀਰਥ ਹੈ ਉਹਨਾਂ ਦਾ ਜਦੋਂ ਇਤਿਹਾਸ ਪੜ੍ਹੀਏ ਫਿਰ ਇਹ ਮਿਲੇਗਾ ਕਿ ਇੱਥੇ ਕਿਸੇ ਪਵਿੱਤਰ ਆਤਮਾ ਨੇ ਨਾਮ ਬਾਣੀ ਦਾ ਅਭਿਆਸ ਕੀਤਾ, ਪਵਿੱਤਰ ਚਰਨ ਪਾਏ ਹਨ। ਉਸ ਸਥਾਨ 'ਤੇ ਜਾ ਕੇ ਉੱਥੋਂ ਦੇ ਜਿਹੜੇ ਪਵਿੱਤਰ ਪਰਮਾਣੂ ਆ ਉਹ ਮਨ ਨੂੰ ਸ਼ਾਂਤੀ ਦਿੰਦੇ ਹੈ। ਹੁਣ ਦਿਨ ਰਾਤ ਸੰਗਤਾਂ ਗੁਰਦੁਆਰਾ ਗੁਰੂ ਕਾ ਬਾਗ, ਸ਼੍ਰੀ ਹਟ ਸਾਹਿਬ, ਸ਼੍ਰੀ ਬੇਰ ਸਾਹਿਬ, ਸ਼੍ਰੀ ਸੰਤ ਘਾਟ, ਸ਼੍ਰੀ ਕੋਹੜੀ ਸਾਹਿਬ, ਅੰਤਰਜਾਮਤਾ ਸਾਹਿਬ, ਸ਼ੇਰਾ ਸਾਹਿਬ, ਇਹ ਮਹਾਰਾਜ ਦੇ ਚਰਨਾਂ ਦੀ ਸ਼ੋਭਾ ਪਵਿੱਤਰ ਸਥਾਨ ਹੈ। ਸੰਗਤਾਂ ਦਰਸ਼ਨ ਕਰਦੀਆਂ ਮਹਾਰਾਜ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਕੋਈ ਨਿਤਨੇਮ ਕਰਦਾ ਹੈ, ਕੋਈ ਸੇਵਾ ਵਗੈਰਾ ਕਰਦਾ ਹੈ, ਕੋਈ ਆਪਣੀ ਕਿਰਤ ਦਾ ਹਿੱਸਾ ਗੁਰੂ ਕੀ ਗੋਲਕ ਵਿੱਚ ਪਾਉਂਦਾ ਹੈ। ਲੰਗਰਾਂ ਇਮਾਰਤਾਂ ਲਈ ਸੇਵਾ ਕਰਦੇ ਹਨ। ਇਹ ਪਵਿੱਤਰਤਾ ਦੇ ਸਾਧਨ ਹਨ। ਜਦੋਂ ਉੱਥੇ ਆ ਕੇ ਮਹਾਰਾਜ ਚਰਨਾਂ ਸੱਜ ਕੇ ਕਥਾ ਕੀਰਤਨ ਸੁਣਦੇ ਹਾਂ, ਮਨ ਪਵਿੱਤਰ ਹੁੰਦਾ ਹੈ, ਸਿਕਸ਼ਾ ਮਿਲਦੀ ਹੈ, ਬਕਾਰ ਐਬ ਦੋਸ਼ ਦੂਰ ਹੁੰਦੇ ਹਨ।
ਤੇ ਜਦੋਂ ਹੁਣ ਦੇਖੋ ਕਿਤਨੀ ਸਰਦੀ ਹੈ, ਮਹਾਰਾਜ ਦੇ ਦਰਬਾਰ ਸਾਹਿਬ ਦੀ ਸੇਵਾ, ਬਾਹਰ ਫਰਸ਼ਾਂ ਦੀ ਧੋਣ ਦੀ ਸੇਵਾ ਹੈ, ਗੁਰੂ ਕੇ ਨਿਸ਼ਾਨ ਦੀ ਸੇਵਾ ਹੈ, ਲੰਗਰਾਂ ਦੇ ਵਿੱਚ ਸੇਵਾ ਹੈ, ਝਾੜੂ ਬਹਾਰੂ, ਪੋਚਾ ਲਾਉਣਾ, ਜੋੜੇ ਝਾੜਨੇ, ਇਤਨੀ ਠੰਡ ਦੇ ਵਿੱਚ ਸੇਵਾ, ਬੜੀ ਤਪੱਸਿਆ ਹੈ। ਔਰ ਇਸੇ ਤਰ੍ਹਾਂ ਫਿਰ ਦਇਆ ਵਗੈਰਾ ਵਾਲਾ ਭਾਵ ਹੋਣਾ, ਜਿਨ੍ਹਾਂ ਦੇ ਅੰਦਰ ਐਸਾ ਭਾਵ ਹੈ, ਉਹ ਪਿੰਗਲਵਾੜੇ ਬਣੇ ਹੈ, ਯਤੀਮਖਾਨੇ ਖੁੱਲ੍ਹੇ ਹੈ, ਬਿਰਧ ਆਸ਼ਰਮ ਖੋਲ੍ਹੇ ਹੋਏ ਹੈ, ਸੇਵਾ ਕਰਦੇ ਹੈ, ਦਾਨ ਪੁੰਨ ਕਰਦੇ ਹੈ। ਔਰ ਇਸੇ ਤਰ੍ਹਾਂ ਇਹ ਪੁੰਨ ਕਰਮ ਔਰ ਪਵਿੱਤਰਤਾ ਦੇ ਸਾਧਨ ਹੈਗੇ ਆ। ਇਸ ਤਰ੍ਹਾਂ ਧਰਮ ਜਿਹੜਾ, ਉਹਦੀਆਂ ਵੀ ਰਾਜਧਾਨੀਆਂ, ਵਿਦਵਾਨ ਲੋਕ, ਰਾਜੇ ਜੇ ਧਰਮੀ ਹੋਣ, ਇਸੇ ਤਰ੍ਹਾਂ ਧਰਮ ਸ਼ਾਸਤਰਾਂ ਤੋਂ ਵਿਚਾਰ ਮਿਲਦੇ ਹੈ। ਔਰ ਜਿਹੜੇ ਮਹਾਤਮਾ ਲੋਕ ਆ, ਉਹਨਾਂ ਤੋਂ ਧਰਮ ਬਾਰੇ ਵਿਚਾਰ ਮਿਲਦੀ ਹੈ। ਇਹ ਸਾਰੀਆਂ ਚੀਜ਼ਾਂ ਪਵਿੱਤਰਤਾ ਦਾ ਸਾਧਨ ਹਨ। ਗੁਰੂ ਮਹਾਰਾਜ ਜੀ ਨੇ ਆਪ ਆਪਣੇ ਸਰੀਰ ਦੇ ਉੱਤੇ ਸਾਰੇ ਬਚਨ ਹੰਢਾ ਕੇ ਫਿਰ ਸੰਗਤਾਂ ਨੂੰ ਦੱਸਿਆ। ਮਹਾਰਾਜ ਤੇ ਸਮਰੱਥ ਸੀ, ਜੋ ਕਿਰਿਆ ਕਰਦੇ ਸੀ ਸਾਨੂੰ ਸਮੱਤ ਦੇਣ ਵਾਸਤੇ ਕਰਦੇ ਸੀ। ਦਸਾਂ ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹ ਕੇ ਸੋਝੀ ਮਿਲਦੀ ਹੈ। ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਿਆਈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਬਾਰੇ ਬਚਨ ਲਿਖੇ, ਤੇ ਜਿਹੜੀ ਜੁਗਾਵਲੀ ਨਾਂ ਦੀ ਬਾਣੀ ਹੈ, ਪੁਰਾਤਨ ਜੋ ਜਨਮ ਸਾਖੀ ਭਾਈ ਬਾਲਾ ਜੀ ਦੀ, ਕਿਸ ਤਰ੍ਹਾਂ ਉਹਨਾਂ ਨੇ ਵਾਹਿਗੁਰੂ ਮੰਤਰ ਨੂੰ ਪ੍ਰਗਟ ਕਰਨ ਵਾਸਤੇ ਇੱਕ ਇੱਕ ਅੱਖਰ ਦੇ ਉੱਤੇ ਕਿਤਨੀ ਕਮਾਈ ਕੀਤੀ ਹੈ। ਉਹ ਜਿਹੜੀਆਂ ਪੁਰਾਤਨ ਜਨਮ ਸਾਖੀਆਂ ਉਹਨਾਂ 'ਚ ਮਿਲਦੀ ਹੈ, ਜਿਹੜੀਆਂ ਗਾਂ ਨਵੀਆਂ ਛਾਪੀ ਜਾਂਦੇ ਉਹਨਾਂ 'ਚੋਂ ਕੱਢ ਦਿੱਤੀ ਹੈ। ਇਹ ਪ੍ਰੈਸ ਵਾਲਿਆਂ ਦੀਆਂ ਕਮਜ਼ੋਰੀਆਂ। ਸੋ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਮਾਤਾ ਭਰਾਈ ਦੇ ਘਰ ਵਿੱਚ ਬੈਠ ਕੇ ਕਿਸ ਤਰ੍ਹਾਂ, ਔਰ ਜਦੋਂ ਗੁਰੂ ਸਾਹਿਬ ਦੀ ਅਰਦਲ ਸੇਵਾ 'ਚ ਰਹੇ, ਕੈਸੇ ਨਿਰਮਾਣ ਹੋ ਕੇ ਸੇਵਾ ਕੀਤੀ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਪਹਿਲਾ ਜੀਵਨ ਤੀਰਥ ਯਾਤਰਾ ਦਾ, ਪੈਦਲ ਜਾਣਾ, ਪੈਦਲ ਆਉਣਾ, ਇਹ ਵੀ ਬੜਾ ਤਾਪਿਆ। ਫਿਰ ਗੁਰੂ ਮਹਾਰਾਜ ਦੀ ਸੇਵਾ ਵਿੱਚ ਕਿਸ ਤਰ੍ਹਾਂ ਤਤਪਰ ਹੋ ਕੇ ਹੁਕਮ ਵਿੱਚ ਰਹਿ ਕੇ ਕਮਾਈ ਕੀਤੀ। ਫਿਰ ਭਾਈ ਜੇਠਾ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਪੜ੍ਹ ਕੇ ਵੇਖੋ। ਫਿਰ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪੁੱਤਰ ਦੇ ਨਾਤੇ ਤੋਂ ਉੱਪਰ ਉੱਠ ਕੇ ਸੇਵਕ ਬਣ ਕੇ ਸੇਵਾ ਕੀਤੀ। ਸੇਵ ਕੀਤੀ ਸੰਤੋਖੀ, ਜਿਹਨੇ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ। ਉਹਨੇ ਦੁਨੀਆ ਤੋੜਿਆ ਬੰਧਨਾ ਹਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨਿਤ ਦੇਵੈ ਚੜ੍ਹਿਆ ਸੁਭਾਇਆ। ਵਡਿਆਈ ਵੱਡਾ ਪਾਇਆ, ਵੱਡੇ ਮਰਤਬੇ ਪਾਏ। ਉਮਰ ਵਿੱਚ ਤਾਂ ਪਿਰਥੀ ਚੰਦ ਜੀ ਵੱਡੇ ਸੀ, ਮਹਾਦੇਵ ਜੀ ਵੱਡੇ ਸੀ।
ਗੱਦੀ ਵਾਸਤੇ ਬੜੇ ਖੜਯੰਤਰ ਕੀਤੇ। ਆਪਣੇ ਤੌਰ ਤੇ ਵੀ ਬਲ ਲਾਏ, ਪਬਲਿਕ ਨਾਲ ਮਿਲ ਕੇ ਵੀ ਜ਼ੋਰ ਨਾਲ ਪੱਗਾਂ ਵੀ ਬਣਾਈਆਂ। ਬਾਬੇ ਬੁੱਢਿਆ ਜੀ ਦੇ ਨਾਲ ਵੀ ਵਾਧੂ ਘਾਟੂ ਸ਼ਬਦ ਬੋਲਦੇ ਰਹੇ, ਔਰ ਸਰਕਾਰਾਂ ਨਾਲ ਮਿਲ ਕੇ ਵੀ ਯਤਨ ਵਗੈਰਾ ਕੀਤੇ। ਅਸਫਲਤਾ ਹੀ ਮਿਲੀ। ਇਹ ਜਿਤਨੀ ਨਿੰਦਿਆ ਹੀ ਹੋਈ। ਭਾਈ ਗੁਰਦਾਸ ਜੀ ਨੇ ਇਹਨੂੰ ਮੀਣੇ ਕਿਹਾ, ਬਾਹਰ ਵੀ ਲਿਖੀ ਹੈ, ਖੋਟੀ ਸੰਗਤ ਮੀਣਿਆਂ ਦੁੱਖ ਦਿੰਦੀ ਮਿੱਤੇ। ਉਹ ਮੀਣਿਆਂ ਹੈਗੇ ਤਾਂ ਉਹਨਾਂ ਦੇ ਭਾਣਜੇ ਸੀ, ਬਹੁਤ ਸਮਝਾਉਂਦੇ ਰਹੇ, ਨਹੀਂ ਇਸ ਪਾਸੇ ਆਏ। ਇਹ ਕਿਹਾ ਕਿ ਖੋਟੀ ਸੰਗਤ ਮੀਣਿਆਂ ਦੁੱਖ ਦਿੰਦੀ ਮਿੱਤੇ। ਮੀਣਿਆਂ ਖੋਟੀ ਸੰਗਤ ਦੁੱਖ ਹੀ ਦਿੰਦੀ ਹੁੰਦੀ। ਫਿਰ ਪੁੱਤਰ ਨੂੰ ਵੀ ਇਹ ਸਿੱਖਿਆ ਦੇ ਗਿਆ। ਫਿਰ ਮਹਾਰਾਜ ਛੇਵੇਂ ਪਾਤਸ਼ਾਹ ਉਹਦੇ ਕੋਲ ਵੀ ਗਏ, ਔਰ ਨਹੀਂ ਅੰਦਰੋਂ ਛੱਡਿਆ ਨਹੀਂ ਪਾਓ। ਫਿਰ ਛੇਵੇਂ ਪਾਤਸ਼ਾਹ ਨੂੰ ਵੀ ਜ਼ਹਿਰਾਂ ਦੇਣੀਆਂ, ਸਪੇਰੋ ਤੋਂ ਸੱਪ ਵਗੈਰਾ, ਕਈ ષਡਯੰਤਰ ਰਚੇ। ਮਹਾਰਾਜ ਤੁਹਾਨੂੰ ਆਪ ਹੀ ਸੀਗੇ। ਤੇ ਛੇਵੇਂ ਪਾਤਸ਼ਾਹ ਨੇ ਫਿਰ ਦੇਖ ਲਓ ਕਿਸ ਪ੍ਰਕਾਰ ਪ੍ਰਤਿਗਿਆ ਕੀਤੀਆਂ, ਸੂਰਵੀਰਤਾ ਦੇ ਢੰਗ ਨਾਲ ਗੁਰੂ ਮਹਾਰਾਜ ਤੇ ਜੋ ਜ਼ੁਲਮ ਕੀਤੇ ਕਰਾਏ, ਉਹਨਾਂ ਦੇ ਬਦਲੇ ਇਹ ਵੀ ਬਹੁਤ ਵੱਡੀ ਸੇਵਾ। ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਢਿੱਡ ਵਜਾਉਂਦਿਆਂ ਨੂੰ ਰਾਜ ਗੱਦੀਆਂ ਦੇਣੀਆਂ, ਸ਼ਿਕਾਰ ਖੇਲ ਕੇ ਜੇ ਪਸ਼ੂ ਪੰਛੀ ਫੜੇ ਹੈ, ਉਹਨਾਂ ਦੀ ਪਰਵਰਿਸ਼ ਕਰਕੇ ਉਹਨਾਂ ਨੂੰ ਫੇਰ ਛੱਡ ਦੇਣਾ। ਅੱਠਵੇਂ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਬਚਨ ਚਰਨਾਮਤ ਨਾਲ ਰੋਗੀਆਂ ਦੇ ਰੋਗ ਕਿਵੇਂ ਖੰਡਿਤ ਹੋਏ। ਫਿਰ ਦੇਖੋ ਰਾਮ ਰਾਏ ਕਿੰਨੀ ਈਰਖਾ ਕੀਤੀ, ਉੱਥੇ ਮੰਗਵਾਇਆ, ਬਾਦਸ਼ਾਹ ਦੇ ਕੰਨ ਭਰਦਾ ਰਿਹਾ। ਪਰ ਮਹਾਰਾਜ ਆਪਣੇ ਜੋ ਪਿਤਾ ਗੁਰੂ ਦੀ ਪ੍ਰਤਿਗਿਆ ਨੈਮਲੇਸ਼ ਕੋ ਦਰਸ਼ਨ ਦੇ ਉੱਤੇ ਕਾਇਮ ਰਹੇ। ਬਾਲਾ ਸਾਹਿਬ ਜੋਤੀ ਜੋ ਸਮਾਏ, ਗੁਰੂ ਮਰਜ਼ਾਦਾ ਵਿੱਚ ਤਤਪਰ ਰਹਿ ਕੇ ਬਚਨਾਂ ਦੀ ਪਾਲਣਾ ਕਰਦਿਆਂ ਹਰ ਸ਼ੋਕ ਤੋਂ ਉੱਪਰ ਰਹੇ। ਇਹ ਜਿਹੜਾ ਆਉਣਾ ਜਾਣਾ ਉਹਦੇ ਹੁਕਮ 'ਚ ਹੀ ਹੈ, ਦੁੱਖ ਸੁੱਖ ਵੀ ਉਹਦੇ ਭਾਣੇ 'ਚ ਹੀ ਹੈ, ਰਜ਼ਾ 'ਚ ਹੀ ਰਹੇ। ਤੇ ਨੌਵੇਂ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਤਿਆਗ ਵੈਰਾਗ, 27 ਸਾਲ 9 ਮਹੀਨੇ 9 ਦਿਨ 9 ਘੜੀਆਂ 9 ਪਲ ਆਪਣੀ ਮਾਤਾ ਨਾਨਕੀ ਜੀ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਬਾਬਾ ਬਕਾਲਾ ਭੋਰਾ ਸਾਹਿਬ ਕਿਤਨੀ ਮਹਾਨ ਤਪ ਸਾਧਨਾ ਕੀਤੀ ਕਿ ਸਾਡੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆਉਣੀ ਹੈ। ਇਹ ਹਿੰਦੁਸਤਾਨ ਦਾ ਇਹ ਧਾਰਮਿਕ ਹਰ ਤਰ੍ਹਾਂ ਦਾ ਦੁੱਖ ਦੂਰ ਕਰਨ ਵਾਸਤੇ ਬਲੀਦਾਨ ਦੇਣਾ ਪੈਣਾ। ਨਵੇਂ ਤਾਂ ਬੱਕਰੇ ਕੁੱਕੜ ਰੋਜ਼ ਵੱਢੇ ਜਾਂਦੇ ਆ, ਜਾਂ ਬੰਦਿਆਂ ਦੀ ਵੀ ਕਤਲੋ ਗਾਰਤ ਹੁੰਦੀ ਹੈ, ਪਰ ਦੁਨੀਆ ਦੀਆਂ ਤਕਦੀਰਾਂ ਨਹੀਂ ਬਦਲਦੀਆਂ। ਜਦੋਂ ਕੋਈ ਤਪ ਵਾਲੀ ਆਤਮਾ ਆਪਣਾ ਬਲੀਦਾਨ ਦਿੰਦੀ ਹੈ, ਇਹ ਜ਼ੁਲਮ ਦਾ ਹੜ ਫੇਰ ਰੁਕਦਾ। ਕਿਤਨਾ ਸਾਧਨ ਫਿਰ ਉੱਥੇ ਹੁਣ ਮੱਖਣ ਸ਼ਾਹ ਨੇ ਜਦੋਂ ਪ੍ਰਗਟ ਕੀਤਾ, ਫਿਰ ਦੇਖੋ ਗੁਰੂ ਪੁਣੇ ਦੀ ਭੁੱਖ ਵਿੱਚ ਜਿੰਨੇ ਸੋਢੀ ਸੀ, ਗੁਰੂ ਦੀ ਅੰਸ ਕਹਾਉਂਦੇ, ਪਰ ਗੁਰੂ ਅੰਸੀਆਂ ਨੇ ਗੁਰੂ ਘਰ ਦਾ ਨੁਕਸਾਨ ਬਹੁਤ ਕੀਤਾ, ਕਰਦੇ ਰਹੇ। ਔਰ ਮਹਾਰਾਜ ਦੇ ਗੋਲੀਆਂ ਵੀ ਚਲਾਈਆਂ, ਸਮਾਨ ਵੀ ਲੁੱਟਿਆ ਫੁੱਟਿਆ।
ਕਿ ਮਹਾਰਾਜ ਵਿੱਚ ਕਿੰਨੀ ਨਿਮਰਤਾ, ਦਇਆ, ਸਾਰਾ ਕੁਝ ਹੀ ਮੋੜ ਦਿੱਤਾ। ਫਿਰ ਮੱਖਣ ਸ਼ਾਹ ਨੇ ਦਰਬਾਰ ਸਾਹਿਬ ਦੀ ਯਾਤਰਾ ਦਾ ਸੰਕਲਪ ਕੀਤਾ। ਆਪ ਜੀ ਵੀ ਨਾਲ ਗਏ। ਉੱਥੇ ਹੁਣ ਮੀਣਿਆਂ ਦਾ ਪ੍ਰਬੰਧ ਸੀ, ਉਹ ਦਰਵਾਜ਼ੇ ਬੰਦ ਕਰਕੇ ਚਲੇ ਗਏ। ਅਤੇ ਜਿਸ ਵੇਲੇ ਮੱਖਣ ਸ਼ਾਹ ਨੇ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਇਹ ਚੰਗਾ ਕੰਮ ਨਹੀਂ ਕੀਤਾ, ਅਤੇ ਪੂਜਾ ਪਾਚੀ ਕਰਦੇ, ਕਹਿੰਦੇ ਅਸੀਂ ਤਾਂ ਗਏ ਸੀ ਇਹ 9ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਆ, ਅਤੇ ਹਕੂਮਤ ਮੁਗਲਾਂ ਦੀ ਹੈ, ਉਹ ਇਸ ਬੈਰ ਨੂੰ ਚੇਤੇ ਕਰਕੇ ਦਰਬਾਰ ਸਾਹਿਬ ਕੋਈ ਨੁਕਸਾਨ ਨਾ ਪਹੁੰਚਾਉਣ। ਦੇਖੋ ਕਿੰਨੀਆਂ ਚੁਸਤੀਆਂ ਚਲਾਕੀਆਂ ਕਰ ਰਹੇ, ਅਤੇ ਇਸ ਕਰਕੇ ਅਸੀਂ ਚਲੇ ਗਏ ਸੀ, ਇਹਨਾਂ ਕਰਕੇ ਉਹ ਗੜਬੜ ਨਾ ਕਰ। ਅਸਲੀ ਭਾਵ ਸੀ ਵੀ ਇਹ ਆ ਗਿਆ ਹੁਣ ਗੱਦੀ ਦੇ ਮਾਲਕ ਆ, ਵੀ ਅੱਗੇ ਭੇਟਾ ਪੁਜਾਰੀ ਅਸੀਂ ਹੜੱਪਦੇ ਹਾਂ, ਸੰਗਤ ਇੱਧਰ ਨਾ ਤੁਰ ਪਵੇ। ਮਹਾਰਾਜ ਫਿਰ ਸ਼੍ਰੀ ਅਕਾਲ ਤਖ਼ਤ ਦੇ ਨਾਲ ਹੀ ਭੋਰਾ ਸਾਹਿਬ, ਉੱਥੇ ਥੋੜ੍ਹਾ ਚਿਰ ਸਜੇ, ਦੂਰੋਂ ਨਮਸਕਾਰ ਕਰ ਲਈ ਵੀ ਮਹਾਰਾਜ ਤਾਂ ਵਿਆਪਕ ਸਰੂਪ ਹੀ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਇੱਥੋਂ ਵੀ ਉਹ ਬੱਲੇ ਵੇਰ ਕੇ ਚਲੇ ਗਏ ਮਾਈ ਹਰੋ, ਸ਼ਰਧਾਲੂ ਸੀ, ਉਹਨਾਂ ਦੇ ਗ੍ਰਹਿ ਚਰਨ ਪਾਏ, ਪਵਿੱਤਰਤਾ ਬਖਸ਼ੀ, ਸਥਾਨ ਬਣਿਆ। ਅਤੇ ਇਹ ਕਿਹਾ ਜੀ ਤੁਮ ਮਸੰਦ ਨੈ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਵੀ ਤੁਸੀਂ ਰਹਿੰਦੇ ਤਾਂ ਦਰਬਾਰ ਸਾਹਿਬ ਹੀ ਆ, ਅੰਮ੍ਰਿਤ ਦਾ ਸਰ ਜੋ ਸਰੋਵਰ ਤੁਹਾਡੇ ਤੇ ਪ੍ਰਭਾਵ ਨਹੀਂ ਪਿਆ, ਤੁਸੀਂ ਤ੍ਰਿਸ਼ਨਾ ਈਰਖਾ ਦੀ ਅੱਗ 'ਚ ਸੜ ਰਹੇ ਹੋ। ਮਹਾਰਾਜ ਦਾ ਆਪਣਾ ਅਵਤਾਰ ਵੀ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ ਸੀ। ਉਹ ਸ਼ਹਿਰ ਵਾਸੀਆਂ ਜਾਂ ਜ਼ਿਲ੍ਹੇ ਨੂੰ ਸ਼ਰਾਪ ਨਹੀਂ, ਮਸੰਦਾਂ ਨੂੰ ਕਿਹਾ ਤੁਮ ਮਸੰਦ, ਲਿਖਿਆ ਨਾ ਤੁਸੀਂ ਮਸੰਦੇ, ਨੈ ਅੰਮ੍ਰਿਤ ਸਰੀਏ, ਤੁਸੀਂ ਅੰਮ੍ਰਿਤਸਰੀਏ ਨਹੀਂ, ਰਹਿੰਦੇ ਤਾਂ ਮਹਾਰਾਜ ਦਰਬਾਰ 'ਚ ਹੀ ਆ। ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਜਦੋਂ ਮਾਈਆਂ ਨੂੰ ਪਤਾ ਲੱਗਿਆ ਵੀ ਬਚਨ ਤਾਂ ਬੜਾ ਸਖਤ ਹੈ, ਉਹ ਫਿਰ ਇਕੱਠੀਆਂ ਹੋ ਕੇ ਗਈਆਂ, ਮਹਾਰਾਜ ਬਖਸ਼ ਦਿਓ। ਮਹਾਰਾਜ ਨੇ ਉਹਨਾਂ ਦੀ ਨਿਮਰਤਾ ਸੇਵਾ ਦੇਖ ਕੇ ਮਾਈਆਂ ਰੱਬ ਰਜਾਈਆਂ, ਬਚਨ ਕੀਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰਿਆ ਕਿ ਹੁਣ ਕੀਰਤਪੁਰ ਸਾਹਿਬ ਚੱਲਦੇ ਹਾਂ, ਬਾਬੇ ਬਕਾਲੇ ਬੜੀ ਈਰਖਾ, ਕਰਤਾਰਪੁਰ ਵੀ ਈਰਖਾ, ਇੱਥੇ ਆਏ ਸੀ, ਇਹ ਜਵਾਲਾ ਇੱਥੇ ਵੀ ਭੜਕੀ ਹੋਈ ਹੈ। ਜਿਹੜੇ ਪਵਿੱਤਰ ਪੁਰਸ਼ ਉਹ ਦੇਖੋ ਕੈਸਾ ਹੈ, ਦੂਏ ਪਾਸੇ ਜਾਓ। ਅਤੇ ਹੁਣ ਡੋਲੇ ਸੀ ਮਾਤਾ ਜੀ ਦੇ, ਇੱਕ ਸਵਾਰਾ ਹੋਰ ਸੀ। ਪੁੱਛਿਆ ਵੀ ਜਿਹੜੇ ਧੀਰਮਲ ਨੂੰ, ਹੋਸ਼ੀਏ ਮਸੰਦ ਨੂੰ ਮੱਖਣ ਸ਼ਾਹ ਨੇ ਮੁਸ਼ਕਾਂ ਬੰਨ੍ਹ ਕੇ ਸਜ਼ਾ ਦਿੱਤੀ, ਚਾਟਾ ਛਕਾਇਆ। ਅਤੇ ਗੁਰੂ ਗ੍ਰੰਥ ਸਾਹਿਬ ਜਿਹੜੇ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ ਸੀ ਨਾ, ਇਹ ਧੀਰਮਲ ਨੇ ਫਿਰ ਆਪ ਉੱਥੇ ਰੱਖ ਲਿਆ ਸੀ। ਮਹਾਰਾਜ 6ਵੇਂ ਪਾਤਸ਼ਾਹ ਕੀਰਤਪੁਰ ਚਲੇ ਗਏ ਸੀ, ਉਦੋਂ ਦਾ ਇਹਦੇ ਕੋਲ ਸੀ। ਇਹ ਗੁਰੂ ਗ੍ਰੰਥ ਸਾਹਿਬ ਕਰਕੇ ਫਿਰ ਆਪਣੀ ਪੂਜਾ ਕਰਾਉਂਦਾ ਸੀ। ਮਹਾਰਾਜ ਨੇ ਪੁੱਛਿਆ ਇਹ ਸਵਾਰਾ, ਕਹਿੰਦੇ ਗੁਰੂ ਗ੍ਰੰਥ ਸਾਹਿਬ, ਕਹਿੰਦੇ ਬਾਕੀ ਸਮਾਨ ਮੋੜਿਆ ਇਹ ਨਹੀਂ, ਕਹਿੰਦੇ ਮਹਾਰਾਜ ਇਹਦੇ 'ਤੇ ਉਹਦਾ ਕੀ ਹੱਕ ਹੈ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਤੁਸੀਂ ਗੱਦੀ ਦੇ ਮਾਲਕ ਹੈ, ਉੱਧਰ ਹੁਣ ਇਹ ਅਰਦਾਸਾਂ ਕਰੇ ਪਹਿਲੇ ਗੁਰੂਆਂ ਵੀ ਮੈਨੂੰ ਮਿਲ ਜਾਵੇ, ਇਹਦੇ ਨਾਲ ਹੀ ਮੇਰਾ ਠਾਠਾ ਬਾਵਾ ਚੱਲਦਾ ਸੀ। ਅਤੇ ਅੱਜ ਕੱਲ੍ਹ ਵੀ ਇਸ ਤਰ੍ਹਾਂ ਦੇ ਲੋਕ ਬਹੁਤ ਆ, ਮਹਾਰਾਜ ਪ੍ਰਕਾਸ਼ ਕਰ ਲੈਂਦੇ ਆ, ਕਰਦੇ ਆਪਣੇ ਢੰਗ ਨਾਲ ਹੋਰ ਕਿਰਿਆ। ਫਿਰ ਮਹਾਰਾਜ ਨੇ ਕਿਹਾ ਵੀ ਮੋੜਿਓ, ਉਸੇ ਕਹਿੰਦੇ ਮਹਾਰਾਜ ਸਿੰਘ ਨੂੰ ਮਨਮੁਖ ਨੂੰ ਤਾਂ ਮਹਾਰਾਜ ਸਰੂਪ ਨਹੀਂ ਦੇਣਾ,
ਆਪ ਜੀ ਤੇ ਗੋਲੀਆਂ ਚਲਾਈਆਂ, ਕੀ ਕੁਛ ਕੀਤਾ ਹੈ, ਡੇਰਾ ਲੁੱਟਿਆ। ਮਹਾਰਾਜ ਦੇਖੋ ਕਿੰਨੀ ਪਵਿੱਤਰਤਾ, ਕਿੰਨੇ ਦਿਆਲੂ, ਕਿੰਨੇ ਦਇਆਵਾਨ। ਫਿਰ ਇਹਨੂੰ ਸੁਨੇਹਾ ਭੇਜਿਆ ਤੇ ਫਿਰ ਉਹ ਛੀਹਾਂ, ਉਹ ਐਸਾ ਪਾਪੀ ਕੁਟਲ ਬਿਰਤੀ ਦਾ ਸੀ। ਤੇ ਮਹਾਰਾਜ ਨੇ ਫਿਰ ਉਸ ਵਾਰਾ ਵਰਨ ਦੇਵਤੇ ਦੀ ਭੇਟ ਕੀਤਾ। ਉਹ ਕਹਿ ਦੇਖੋ ਜੀ ਕਿੱਡੀ ਗਲਤੀ, ਕਿੱਡੀ ਏਡੀ ਕੀਮਤੀ ਜੀ, ਨਾ ਆਪ ਰੱਖੀ ਨਾ ਸਾਡੇ ਕੋਲ ਰਹਿਣ ਦਿੱਤੀ। ਹੁਣ ਕਹਿੰਦੇ ਲੈ ਜਾਓ, ਇਹ ਤਾਂ ਮਖੌਲ ਕਰਦੇ ਆ ਸਾਨੂੰ। ਉਹ ਧੀਰਮਲ ਹੁਣ ਮੰਨਤਾ ਲਲਚਾਵੇ ਮਹਾਰਾਜ ਦੇ ਸਵਾਰੇ ਲਈ, ਉਹ ਫੇਰ ਇਹੋ ਜਿਹੀ ਗਲਤ ਫੂਕ ਦੇ ਦੇਵੇ। ਫਿਰ ਘੋੜੇ 'ਤੇ ਚੜ੍ਹ ਕੇ ਤਿਆਰ ਹੀ ਹੋ ਗਿਆ ਕਿ 5000 ਦਾ ਕੜਾਹ ਪ੍ਰਸ਼ਾਦ ਸੁੱਖਿਆ ਤੇ ਜੇ ਗੁਰੂ ਗ੍ਰੰਥ ਸਾਹਿਬ ਮੈਨੂੰ ਮਿਲ ਜਾਣ। ਤੇ ਫਿਰ 8 ਗੁਰੂਆਂ ਦਾ ਨਾਂ ਲੈ ਕੇ ਅਰਦਾਸ ਕਰੇ। 9ਵਾਂ ਆਪ ਬਣਦਾ ਸੀ, ਫਿਰ ਕਿੱਥੋਂ ਮਿਲੇ? ਫਿਰ ਉਹ ਗੁਰਮੁਖ ਪਿਆਰਾ ਜਿਹੜਾ ਸੁਨੇਹਾ ਲਿਆ, ਉਹ ਕਹਿੰਦਾ ਗੁੱਸਾ ਨਾ ਕਰੋ ਨਾ, ਤੁਸੀਂ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਂ ਲੈ ਕੇ ਅਰਦਾਸ ਕਰੋ। ਫਿਰ ਅਰਦਾਸ ਕੀਤੀ, ਚੋਬੇ ਲਾਏ ਮਹਾਰਾਜ ਦਾ ਸਰੂਪ। ਦੇਖੋ ਮਹਾਰਾਜ ਦੇ ਕੈਸੇ ਕੌਤਕ ਹੈ। ਜਲ ਨੇ ਡੁੱਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਕਿਉਂਕਿ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਆਮ ਬੰਦਾ ਤਾਂ ਕੋਈ ਇਹ ਕਿਵੇਂ ਹੋ ਸਕਦਾ? ਉਦੋਂ ਵੀ ਇਹੋ ਜਿਹੇ ਮਨਮ ਗੱਲਾਂ ਕਰਦੇ ਸੀ, ਅੱਜ ਵੀ ਬਥੇਰੇ ਇਹੋ ਜਿਹੇ ਹੈਗੇ ਆ। ਪਰ ਸਤਿਗੁਰੂ ਸਮਰੱਥ ਹੈ, ਜੋ ਚਾਹੁਣ ਕਰ ਕਰਾ ਸਕਦੇ। ਇਹ ਉਦੋਂ ਦਾ ਸਰੂਪ ਫਿਰ ਇਹਨਾਂ ਦੇ ਕੋਲ ਹੈ। ਮਹਾਰਾਜ ਕੀਰਤਪੁਰ ਸਾਹਿਬ ਆਏ, ਇੱਥੇ ਵੀ ਉਹ ਸੋਢੀਆਂ ਦੀ ਬੜੀ ਈਰਖਾ। ਫਿਰ ਮਹਾਰਾਜ ਨੇ ਕਿਹਾ ਵੀ ਮੁੱਲ ਖਰੀਦ ਕੇ ਜਗ੍ਹਾ ਸੰਗਤ ਦੀ ਬਣਾਈ ਜਾਏ। ਫਿਰ ਸ਼੍ਰੀ ਅਨੰਦਪੁਰ ਸਾਹਿਬ ਇਹ 1,49,000 ਦੀ ਇਹ ਮਾਖੋਵਾਲ ਦੀ ਦੂਣ ਧਰਤੀ ਖਰੀਦ ਕੇ ਇੱਥੇ ਫਿਰ ਆਪਣੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਨਾਂ 'ਤੇ ਨਗਰ ਵਸਾਇਆ, ਜਿਹਦਾ ਨਾਂ ਨਾਨਕੀ ਚੱਕ ਰੱਖਿਆ। ਇੱਕ ਦਿਨ ਬੈਠੇ ਸੀ, ਉੱਧਰ ਪਹਾੜਾਂ ਦਾ ਨਜ਼ਾਰਾ, ਇੱਧਰ ਸਤਲੁਜ ਦਾ, ਬੜਾ ਆਨੰਦ। ਫਿਰ ਕਹਿੰਦੇ ਪਏ ਤਾਂ ਆਨੰਦ ਦੀ ਪੁਰੀ ਹੈ। 10 ਪਾਤਸ਼ਾਹ ਨੇ ਫਿਰ ਪੰਥ ਦੀ ਸਿਰਜਣਾ, ਕਿੰਨੇ ਗ੍ਰੰਥਾਂ ਦੀਆਂ ਅਨੁਵਾਦ ਰਚਨਾਵਾਂ ਆਪਣੇ ਮੁਬਾਰਕ ਕਲਮ ਰਸਨਾਂ ਤੋਂ, ਕਿੰਨੇ ਫਿਰ ਹੋਲੇ ਮਹੱਲੇ, ਕਵੀ ਦਰਬਾਰ, ਸ਼ਸਤਰ ਅਸਤਰ ਵਿਦਿਆ ਦਾ ਅਭਿਆਸ, ਧਰਮ ਯੁੱਧ। ਉਹ ਕਹਿਣ ਲੱਗੇ ਧਰਤੀ ਅਜਿੱਤ ਆ, ਜਿਹੜਾ ਇੱਥੇ ਚੜ੍ਹ ਕੇ ਆਊ 9ਵੇਂ ਪਾਤਸ਼ਾਹ ਕਹਿੰਦੇ ਉਹ ਹਾਰ ਕੇ ਜਾਊਗਾ, ਲਹਾ ਕੇ ਜਾਊਗਾ। ਤੇ ਔਰੰਗਜ਼ੇਬ ਨੇ ਕਿੰਨੇ ਜੰਗ ਮਹਾਰਾਜ ਦੇ ਗਲ ਪਾਏ, ਸਾਰਿਆਂ 'ਚ ਸ਼ਿਕਸ਼ ਦਾ ਮੂੰਹ ਦੇਖਿਆ। ਜਿਲੇ ਦੇਖਿਆ ਵੀ ਹੁਣ ਕਿਸੇ ਪਾਸੇ ਮੂੰਹ ਦੇਣ ਜੋਗੇ ਨਹੀਂ, ਫਿਰ ਧਰਮ, ਕੁਰਾਨ ਦੀਆਂ ਕਸਮਾਂ, ਮੁਹੰਮਦ ਦਾ ਨਾਂ ਲੈ ਕੇ ਆਸਰਾ ਲਿਆ ਸਾਨੂੰ ਸਹੁੰ। ਇਹ ਕਸਮਾਂ ਤੋੜੀਆਂ, ਫਿਰ ਵੀ ਸ਼ਿਕਸ਼ਤੇ ਹੋਈ ਹਰ ਪਾਸੇ। ਸੋ ਇਸ ਪ੍ਰਕਾਰ ਫਿਰ ਇੱਧਰ 9ਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮਕਾਨ ਬਣਾ ਗਰੀਬਾਂ ਨੂੰ ਵਸਾਇਆ, ਆਪਣੇ ਰਹਿਣ ਲਈ ਸੰਗਤ ਵਾਸਤੇ ਸਰਾਂ ਵਗੈਰਾ, ਜਿਵੇਂ ਆਪਣੇ 550 ਸਾਲੇ ਕਿੰਨੀਆਂ ਸੁੰਦਰ ਸਰਾਵਾਂ ਬਣੀਆਂ, ਉੱਥੇ ਵੀ ਸੰਗਤ ਲਈ। ਫਿਰ ਇਹਨਾਂ ਨੂੰ ਈਰਖਾ ਹੋਈ। ਇਹ ਕਾਲੇ ਬਾਬੇ ਬਕਾਲੇ ਭੋਰੇ 'ਚ ਬੈਠੇ ਹੁੰਦੇ ਸੀ, ਸਿੱਧੇ ਪੱਧਰੇ ਸੀ, ਕਿ ਹੁਣ ਇੱਕਦਮ ਹੀ ਇੰਨਾ ਕੁਛ ਹੋ ਗਿਆ। ਦੁਬਦਾ ਬੌਰੀ ਮਨ ਭਰਾਇਆ, ਈਰਖਾ ਨਹੀਂ ਛੱਡਦੀ। ਫਿਰ ਧੀਰਮਲ ਨੇ ਸ਼ੀਂਹ ਨਾਲ ਸਲਾਹ ਕੀਤੀ ਵੀ ਆਪਾਂ ਪਹਿਲਾਂ ਤਾਂ ਯਤਨ ਕੀਤਾ ਸੀ ਮਾਰ ਮੁਕਾਉਣ ਦਾ, ਸਫਲ ਨਹੀਂ, ਬੇਇੱਜ਼ਤੀ ਕਰਾ ਕੇ ਆ ਗਏ।
ਕਿ ਉਹਨਾਂ ਦੀ ਚੜ੍ਹਦੀ ਕਲਾ ਤਾਂ ਫੇਰ ਬਹੁਤ ਹੋ ਗਈ ਹੈ, ਹੁਣ ਕਿਵੇਂ ਕਰੀਏ। ਉਹ ਪਾਪੀ ਕਹਿਣ ਲੱਗਾ, ਰਾਮ ਰਾਏ ਤੁਹਾਡਾ ਭਤੀਜਾ ਬੜਾ ਕਰਾਮਾਤੀ ਹੈ, ਔਰੰਗਜ਼ੇਬ ਦੇ ਨਾਲ ਉਹਦਾ ਮਿਲਾਪ ਹੈ ਅਤੇ ਔਰੰਗਜ਼ੇਬ ਉਹਦੀਆਂ ਕਰਾਮਾਤਾਂ ਤੋਂ ਬਹੁਤ ਪ੍ਰਭਾਵਿਤ ਹੈ, ਉਹਨੂੰ ਉੱਚੇ ਆਸਣ 'ਤੇ ਬਹਾਉਂਦਾ, ਉਹਨੂੰ ਚਿੱਠੀ ਲਿਖੋ ਕਿ ਮੈਂ ਤੇਰਾ ਚਾਚਾ ਲੱਗਦਾ, ਤੂੰ ਮੇਰਾ ਭਤੀਜਾ ਹੈ ਅਤੇ ਤੂੰ ਬੜਾ ਯੋਗ ਆ, ਭਤੀਜੇ ਦੇ ਪੁੱਤ ਦਾ ਕੋਈ ਫਰਕ ਨਹੀਂ ਹੁੰਦਾ। ਮੈਂ ਬਾਬਾ ਗੁਰਦਿੱਤਾ ਸਾਹਿਬ ਦਾ ਪੁੱਤਰ ਹਾਂ, ਤੁਸੀਂ ਪੋਤਰੇ ਆ, ਅਤੇ ਇਹ 9ਵੇਂ ਪਾਤਸ਼ਾਹ ਵਿੱਚੋਂ ਆ ਕੇ ਪਾਸਿਓਂ ਗੱਦੀ 'ਤੇ ਕਿਉਂ ਬਹਿ ਗਿਆ? ਜਾਂ ਤਾਂ ਮੈਂ ਬਹਿੰਦਾ ਜਾਂ ਤੁਸੀਂ ਬਹਿੰਦੇ। ਤੁਸੀਂ ਬੜੇ ਕਰਾਮਾਤੀ ਆ, ਤੁਸੀਂ ਬਹਿ ਜਾਓ, ਤੁਸੀਂ ਬਹਿ ਜਾਓਗੇ ਫਿਰ ਆਪਾਂ ਰਲ ਕੇ ਚੱਲਾਂਗੇ, ਸੰਗਤ ਆਪਣੀ ਹੋਊਗੀ। ਤੁਸੀਂ ਕਿਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ, ਔਰੰਗਜ਼ੇਬ ਨੂੰ ਕਹਿ ਕੇ ਦਿੱਲੀ ਮੰਗਾ ਲਓ, ਜਾਂ ਤਾਂ ਉਹ ਕਰਾਮਾਤਾਂ ਦਿਖਾਉਣਗੇ, ਨਾ ਦਿਖਾਉਣਗੇ ਉਹ ਕੈਦ ਪਾ ਦੇਗਾ, ਜਾਂ ਇਹਨਾਂ ਦੇ ਧੜ ਨੂੰ ਸੀਸ ਕੱਟ ਲਏਗਾ। ਅੱਗੇ ਬਹੁਤ ਸਰਮਾਦਰ ਕੇ ਬੜੇ ਫਕੀਰ ਹੋਣ, ਮਰਾਦ 'ਤੇ ਬੜਾ ਬਾਦੀ, ਸ਼ਰਈ, ਝਗੜਾਲੂ, ਕਰਾਮਾਤਾਂ ਦਾ ਭੁੱਖਾ, ਇੱਕ ਤੁਹਾਡੇ ਅੱਗੇ ਝੁਕਿਆ, ਤੁਹਾਡੇ ਬਰਾਬਰ ਕਿਸੇ 'ਚ ਕਰਾਮਾਤ ਨਹੀਂ। ਇਹ ਚਿੱਠੀ ਲਿਖ ਕੇ ਭੇਜੀ। ਰਾਮ ਰਾਏ ਪੜ੍ਹ ਕੇ ਬੜਾ ਖੁਸ਼ ਹੋਇਆ। ਫੇਰ ਕਿਵੇਂ ਆਪਾਂ ਕਰੀਏ? ਹੁਣ ਜਦੋਂ ਰੰਗੇ ਦੇ ਕੋਲ ਗਿਆ, ਕੁਦਰਤੀ ਉਹਨੇ ਗੱਲ ਚਲਾਈ ਵੀ 8ਵੇਂ ਪਾਤਸ਼ਾਹ ਤੁਹਾਡੇ ਭਰਾਤਾ ਸੀ, ਛੋਟੀ ਉਮਰ 'ਚ ਸੱਚਖੰਡ ਚਲੇ ਗਏ, ਹੁਣ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਕੌਣ ਆ? ਇਹਨੂੰ ਮੌਕਾ ਬਣ ਗਿਆ। ਕਹਿਣ ਲੱਗਾ, ਜੀ ਗੱਦੀ ਵਾਲੀ ਗੱਲ ਕਿਹੜੀ ਹੈ? ਮਹਾਰਾਜ 9ਵੇਂ ਦਾ ਨਾਂ ਲੈ ਕੇ ਉਹ ਸਿੱਧਾ ਪੱਧਰਾ ਸੀ, ਉਹ ਹੁਣ ਆਪੇ ਗੁਰੂ ਬਣ ਕੇ ਬਹਿ ਗਿਆ, ਕੁਝ ਕੋਈ ਕਰਾਮਾਤ ਵਗੈਰਾ ਹੈ ਨਹੀਂ। ਉਹਨੂੰ ਦਿੱਲੀ ਸੱਦੋ, ਉਹਦੀ ਕਰਾਮਾਤ ਦੇਖੋ। ਔਰੰਗਜ਼ੇਬ ਕਹਿੰਦਾ, ਰਾਮ ਰਾਏ ਤੇਰੇ ਨਾਲੋਂ ਵੱਧ ਕੋਈ ਕਰਾਮਾਤੀ ਹੈ ਨਹੀਂ, ਤੇ ਤੂੰ ਬਥੇਰੀਆਂ ਦੇਖੀਆਂ, ਹੁਣ ਦਿੱਲੀ ਕੀ ਸੱਦਣਾ। ਗੱਲ ਇੰਨੀ 'ਚ ਟਲ ਗਈ। ਜਦ ਨੂੰ ਰਾਜਸੀ ਬੰਦਿਆਂ ਦੇ ਹੋਰ ਕੰਮ ਬੜੇ ਹੁੰਦੇ, ਕੋਈ ਹੋਰ ਆ ਗਿਆ, ਉਹਨੂੰ ਕਿਸੇ ਕੰਮ ਬਾਰੇ ਪੁੱਛਿਆ, ਉਹ ਗੱਲ ਦੂਏ ਪਾਸੇ ਤੁਰ ਗਈ। ਇਹ ਇਤਿਹਾਸ ਪੱਖ ਸੁਣਾਉਣ ਦਾ ਮਤਲਬ, ਜਿਸ ਬੰਦੇ ਦੇ ਅੰਦਰ ਬੁਰਾਈ ਆ ਉਹ ਕਿੱਥੇ ਤੱਕ ਪਹੁੰਚਦਾ, ਜਿਹਦੇ ਅੰਦਰ ਚੰਗਿਆਈ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਧੰਨ ਸ਼੍ਰੀ ਗੁਰੂ ਅਰਜਨ ਸਾਹਿਬ, ਉਹ ਕਿੱਥੇ ਖੜ੍ਹੇ ਨੇ। ਔਰ ਪਵਿੱਤਰ ਪੁਰਸ਼ਾਂ ਦੀ ਵਡਿਆਈ ਵਿੱਚ ਉਹ ਕਿੰਨੇ ਮਹਾਨ ਹੁੰਦੇ ਆ, ਜਿਹੜੇ ਦੁਸ਼ਟ ਬਿਰਤੀ ਦੇ, ਨੀਚ ਬਿਰਤੀ ਦੇ, ਉਹ ਕਿੰਨੇ ਲੋਭ ਦੇ ਵਸ ਹੋਏ, ਕਿਸੇ ਪਦਵੀ ਨੂੰ ਪਾਉਣ ਲਈ, ਆਪਣੀ ਪ੍ਰਭੁਤਾ ਮਾਇਆ ਵਾਸਤੇ ਕਿੱਥੇ ਤੱਕ ਸੋਚਦੇ ਆ, ਕਿੱਥੇ ਤੱਕ ਪਹੁੰਚਦੇ ਆ। ਜਿਹੜੇ ਪਵਿੱਤਰ ਪੁਰਸ਼ ਆ, ਬਾਬਾ ਫਰੀਦ ਸਾਹਿਬ ਕਹਿੰਦੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਪਵਿੱਤਰਤਾ ਬਾਰੇ, ਪਵਿੱਤਰ ਪੁਰਸ਼ਾਂ ਬਾਰੇ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਕਿਰਪਾ ਕਰਕੇ ਪੌੜੀ ਦੁਆਰਾ ਸਾਰੀ ਵਿਆਖਿਆ ਕਰਦੇ ਹਨ। ਪਵਿੱਤ ਹੋਏ ਸੇ ਜਨਾ, ਉਹ ਜਿਹੜੇ ਜਨ, ਉਹ ਪੁਰਸ਼, ਉਹ ਮਹਾਂਪੁਰਸ਼ ਜਿਹੜੇ ਸੇਵਾ ਕਰ ਕਰ, ਸਿਮਰਨ ਕਰ ਕਰ, ਸਤਸੰਗ ਕਰਕੇ, ਨਾਮ ਬਾਣੀ ਦਾ ਅਭਿਆਸ ਕਰਕੇ ਪਵਿੱਤਰ ਹੋ ਗਏ ਹਨ। ਜਿਨੀ ਹਰ ਧਿਆਇਆ, ਕੌਣ ਪਵਿੱਤਰ ਹੋਏ? ਜਿਨੇ ਹਰੀ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਔਰ ਵਿਲੇਦਰੇ ਰੁਚੀ। ਧੰਨ
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿੱਥੇ ਅਸਥਾਨ ਦੇਖੋ ਨਾ, ਭੋਰਾ ਸਾਹਿਬ ਮਿਲੇਗਾ, ਅਕਾਲ ਸਾਹਿਬ ਦੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰੇ ਦਾ ਨਾਂ ਹੀ ਭੋਰਾ ਸਾਹਿਬ ਹੈ। ਬਾਬਾ ਬਕਾਲਾ ਸਾਹਿਬ, ਹੋਰ ਵੀ ਬਹੁਤ ਉਹਨਾਂ ਦੇ ਸਥਾਨ ਹੈ, ਕਿਉਂਕਿ ਹਰ ਵੇਲੇ ਤਪੱਸਿਆ ਵਿੱਚ, ਸਿਮਰਨ ਵਿੱਚ, ਬੈਰਾਗ ਵਿੱਚ, ਤਿਆਗ ਵਿੱਚ ਹੀ ਰਹਿੰਦੇ ਸੀ। ਜਿੰਨੀ ਮਾਇਆ ਹੁੰਦੀ ਸੀ ਧਰਮ ਕਾਰਜਾਂ 'ਚ ਹੀ ਲਾ ਲੈਣੀ, ਇਹਦਾ ਬਾਗ ਲਾ ਦਿਓ, ਬੌਲੀ ਲਾ ਦਿਓ, ਸਰਾਵਾਂ ਬਣਾਓ, ਧਰਮ ਸਥਾਨ ਬਣਾਓ, ਲੰਗਰਾਂ 'ਚ ਲਾਓ। ਜਿੱਥੇ ਵੀ ਇਤਿਹਾਸ ਪੜ੍ਹੋ ਮਹਾਰਾਜ ਦਾ ਐਸਾ ਹੀ ਹੈ। ਸੋ ਇਸ ਕਰਕੇ ਕੌਣ ਪਵਿੱਤਰ ਹੁੰਦੇ ਆ? ਜਿਨੀ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਉਹਨਾਂ ਦੀ ਬਾਣੀ ਪੜ੍ਹੋ, ਕਿੰਨੀ ਬੈਰਾਗ ਦੇ ਵਿੱਚ ਹੈ, ਔਰ ਕਿੰਨੀ ਸ਼ਰਧਾ ਭਗਤੀ ਦੇ ਪੱਖ ਵਿੱਚ ਸਲੋਕ ਉਹਨਾਂ ਦੇ ਭੋਗ ਦੇ। ਬਾਕੀ ਸ਼ਬਦ ਪੜ੍ਹ ਲਓ, ਹਰ ਥਾਂ ਬੈਰਾਗ ਵਿਵੇਕ ਦੀ ਸਿੱਖਿਆ ਦਿੱਤੀ ਹੈ ਮਹਾਰਾਜ ਨੇ ਕਿ ਤੈਨੂੰ ਇਹ ਮਨੁੱਖ ਜਨਮ ਮਿਲਿਆ, ਗੁਣ ਗੋਬਿੰਦ ਗਾਇਓ ਨੇ, ਜਨਮ ਅਕਾਰਥ ਕੀਨ, ਜਨਮ ਵਿਅਰਥ ਗੁਆਰਿਆ। ਇਸ ਵਾਸਤੇ ਕਹਿੰਦੇ ਉਹਨਾਂ ਨੇ ਹਮੇਸ਼ਾ ਹੀ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਕਿਉਂ ਪਰਮੇਸ਼ਰ ਦਾ ਨਾਮ ਪਵਿੱਤਰ ਆ। ਜਿਹੜਾ ਇਹਦੀ ਕਮਾਈ ਕਰਦਾ ਉਹਦੇ ਦੋਸ਼ ਬਕਾਰ ਦੂਰ ਕਰਕੇ ਉਹਨੂੰ ਵੀ ਪਵਿੱਤਰ ਬਣਾ ਦਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਨੀਚ ਕਹਿੰਦੇ ਸੀ, ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਏ, ਉੱਤਮ ਪਦਵੀਆਂ ਪਾ ਲਈਆਂ। ਭਗਤ ਭਗਤ ਜਗ ਵਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ, ਰਾਹ 'ਚ ਬੈਠਾ ਹੋਇਆ, ਦੁਕਾਨ ਵੀ ਹਨ, ਪਾਣ ਨਾਮ ਜੋੜੇ ਗੰਢਦਾ ਸੀ। ਕੋਲਾ ਧਰਮ ਢੋਏ ਢੋਲ ਸਮੇਟਾ, ਜਿਉਂ ਕਰ ਮੈਲੇ ਚੀਥੜੇ, ਔਰ ਕਿੰਨੇ ਮੈਲੇ ਹੋਣ ਉਹ ਟੁਕੜੇ ਲੀਰਾਂ ਦੇ, ਉਹ 'ਚ ਹੀਰਾ ਲਪੇਟ ਦੇਈਏ, ਉਹਦੀ ਕੀਮਤ ਹੀ ਨਹੀਂ ਘੱਟਦੀ। ਹੀਰਾ ਤਾਂ ਹੀਰਾ ਹੀ ਰਹਿੰਦਾ ਨਾ। ਭਾਈ ਗੁਰਦਾਸ ਸਾਹਿਬ ਨੇ ਦੱਸਿਆ ਕਿ ਇਹ ਵਡਿਆਈਆਂ ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਫਾਟੇ ਕਾਗਰ। ਇਹ ਨਾਮ ਦੀ ਬਰਕਤ ਹੈ। ਉਹ ਜਨ ਪਵਿੱਤਰ ਹੋਏ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ, ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ। ਜਿਹੜੇ ਨਾਮ ਨੂੰ ਟੁੱਟੇ ਮਾਇਆ ਦੇ ਲੋਭੀ ਹੈ, ਉਹਦੇ ਲੋਕ ਕਿੱਥੇ ਤੱਕ ਸੋਚਦੇ ਆ, ਆਪਣੀ ਮੌਤ ਚੇਤੇ ਨਹੀਂ, ਦੁਆਇਆਂ ਵਾਸਤੇ ਕਫਨ ਤਿਆਰ ਕਰਕੇ ਫਿਰਦੇ। ਮਨ ਖਾਉਂਦਾ ਐਸਾ ਹਾਲ ਹੈ। ਸੋ ਇਸ ਵਾਸਤੇ ਉਹ ਜਨ ਪਵਿੱਤਰਿਆ। ਮਹਾਰਾਜ ਕਹਿੰਦੇ ਜਿਨੀ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਹਰ ਧਿਆਇਆ ਪਵਿੱਤ ਹੋਏ। ਹਰੀ ਪਰਮੇਸ਼ਰ ਦਾ ਨਾਮ ਧਿਆ ਕੇ ਉਹ ਪਵਿੱਤਰ ਹੋ ਗਏ। ਜਿੰਨੇ ਮਨ ਦੇ ਅੰਦਰ ਦੋਸ਼ ਸੀ, ਵਾਲਮੀਕ ਬਟਵਾਰਾ ਤਰਿਓ ਬਦਕ ਤਰੇ ਵਿਚਾਰੇ, ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਹੇ ਨਿਸਤਾਰਾ, ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਦਾਰੇ। ਐਸੇ ਦ੍ਰਿਸ਼ਟਾਂਤ ਆਉਂਦੇ। ਇਹ ਨਾਮ ਦੀ ਬਰਕਤ ਦੇ ਨਾਲ ਬੇਸਵਾਦਿਕ ਦੇ ਪ੍ਰਸੰਗ ਆਉਂਦੇ ਆ ਕਿ ਇੱਕ ਨਾਮ ਜਪਣਾ, ਉਹਨਾਂ ਦੇ ਜੀਵਨ ਵਿੱਚ ਕਿੱਡੇ ਵੱਡੇ ਵੱਡੇ ਪਰਿਵਰਤਨ ਆ ਗਏ। ਸੋ ਇਸ ਕਰਕੇ ਕੌਣ ਪਵਿੱਤਰ ਹੋਏ ਉਹਦੇ ਬਾਰੇ ਦੱਸਦੇ ਹਨ। ਹਾਂਜੀ, ਗੁਰਮੁਖ ਜਿਨੀ ਧਿਆਇਆ, ਜਿਨੇ ਗੁਰੂਮੁਖ ਤੋਂ ਸਿੱਖਿਆ ਲੈ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਗੁਰੂ ਵਾਲੇ ਬਣ ਕੇ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ। ਕਹਿੰਦੇ ਉੱਥੇ ਤੱਕ ਹੀ ਨਹੀਂ ਪਵਿੱਤਰਤਾ ਰਹੀ। ਉਹਨਾਂ ਦੀ ਮਾਤਾ ਪਿਤਾ ਕੁਟੰਬ, ਉਹਨਾਂ ਦੇ ਸਹਿਤ ਸਾਥ,
ਜਿਵੇਂ ਭਾਈ ਭਿਖਾਰੀ ਜੀ, ਗੱਲ ਤਾਂ ਬਚਨ ਮੰਨਣ ਦੀ ਹੈ ਨਾ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਡੱਲਾ ਸਾਹਿਬ ਆਏ, ਭਾਈ ਪਾਰੋ ਜੀ, ਬਾਬਾ ਲਾਲੂ ਜੀ, ਇਹ ਗੁਰੂ ਘਰ ਦੇ ਪ੍ਰੇਮੀ ਹੋਏ। ਜਿਹੜੇ ਆਏ, ਇੱਕ ਭੱਲਾ ਕਹਿੰਦਾ ਮੈਂ ਵੀ ਮਹਾਰਾਜ ਭੱਲਾ ਆ, ਤੁਸੀਂ ਵੀ ਭੱਲੇ ਆ। ਮਹਾਰਾਜ ਕਹਿੰਦੇ ਭੱਲਿਆਂ 'ਚ ਬਣਨੇ ਨਾਲ ਕੋਈ ਭੱਲਾ ਨਹੀਂ ਹੁੰਦਾ, ਜਿਹੜੇ ਭਲੇ ਕੰਮ ਕਰੇ ਉਹ ਭਲਾ ਹੁੰਦਾ। ਐਵੇਂ ਨਾ ਹੰਕਾਰ 'ਚ ਕਰੀ ਜੇ ਨਹੀਂ ਵੀ ਮੈਂ ਭਲਿਆਂ 'ਚ ਜੰਮ ਪਿਆ। ਮਹਾਰਾਜ ਨੇ ਸੋਢ ਬੰਸ ਖਾਲਸੇ ਨੂੰ ਦਿੱਤੀ ਹੈ ਨਾ, ਜਾਂ ਸੋਢੀਆਂ ਦਾ ਤੁਸੀਂ ਸੁਣ ਲਿਆ, 52 ਗਦੀਆਂ ਲਾ ਕੇ ਬਾਬੇ ਬਕਾਲੇ ਬਹਿ ਕੇ ਕੀ ਕੁਛ ਕਰਦੇ ਰਹੇ। ਕੀਰਤਪੁਰ ਗਏ, ਉੱਥੇ ਆਨੰਦਪੁਰ ਗਏ, ਉੱਥੇ ਈਰਖਾ ਕਿੱਥੇ ਤੀ ਪਹੁੰਚੇ। ਮਹਾਰਾਜ ਨੇ ਤਾਂ ਖਾਲਸੇ ਨੂੰ ਕੀਤਾ। ਤੇ 10ਵੇਂ ਪਾਤਸ਼ਾਹ ਦੀ ਤਾਂ ਸੋਚ ਬੜੀ ਗੰਭੀਰ, ਦੂਰ ਦ੍ਰਿਸ਼ਟੀ ਵਾਲੀ, ਵੀ ਇਹ ਜਿਹੜਾ ਰੋਜ਼ ਦਾ ਝਗੜਾ ਟੈਂਟਾ ਇਹਨੂੰ ਨਿਬੇੜੀਏ। ਉਹਨਾਂ ਨੇ ਫਿਰ 5 ਪਿਆਰੇ ਤਾਬਿਆ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਦਿੱਤੀ। ਇਹ ਝਗੜਾ ਹੀ ਨਿਬੇੜੋ ਰੋਜ਼ ਦਾ। ਆ ਗੱਦੀਆਂ ਪਿੱਛੇ ਕੀ ਕੁਛ ਕਰ ਰਹੇ, ਅੱਜ ਕੱਲ੍ਹ ਵੀ ਚੱਲੀ ਜਾਂਦਾ। ਔਰ ਦੁਨੀਆ ਡੇਰਿਆਂ ਵਾਸਤੇ, ਸਥਾਨਾਂ ਵਾਸਤੇ, ਮੈਂ ਮਹੰਤ ਬਣ ਜਾ, ਮੇਰੀ ਚੌਧਰ ਹੋ ਜਾਏ, ਬਹੁਤ ਕੁਛ ਹੋ ਰਿਹਾ। ਪਰ ਜੇ ਆ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਨਾ ਕਰਦੇ ਤੇ ਬੜਾ ਬੁਰਾ ਹਾਲ ਹੋਣਾ ਸੀ। ਕਿੰਨੀ ਦੂਰ ਦ੍ਰਿਸ਼ਟੀ ਨਾਲ ਮਹਾਰਾਜ ਇਹ ਸਾਰਾ ਕਰਕੇ ਗਏ। ਗੁਰੂ ਮਹਾਰਾਜ ਦੇ ਬਚਨਾਂ ਦੇ ਫੁੱਲ ਚੜ੍ਹਾਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੀ। ਸੋ ਇਸ ਵਾਸਤੇ ਕਹਿਣ ਲੱਗੇ ਭਾਈ ਤੂੰ ਇਹ ਕਹਿੰਦਾ ਨਾ ਵੀ ਭੱਲਿਆਂ ਦੇ ਵਿੱਚ ਜਨਮਿਆ। ਮਹਾਰਾਜ ਕਹਿੰਦੇ ਅਸੀਂ ਤਾਂ ਜਨਮ ਮਰਨ ਤੋਂ ਰਹਿਤ ਹਾਂ। ਜਨਮ ਮਰਨ ਤੇ ਰਹਿਤ ਨਾਰਾਇਣ। ਅਸੀਂ ਨਹੀਂ ਜਨਮ ਮਰਨ 'ਚ ਆ ਗਏ। ਤੂੰ ਇਹ ਹੰਕਾਰ ਕਰਕੇ ਭੱਲਿਆਂ ਦੀ ਬਾਂਸ 'ਚ ਆਏ, ਮੈਂ ਵੀ ਭੱਲਾ ਹਾਂ। ਬਾਂਸ ਵਿੱਚ ਜੰਮਣ ਨਾਲ ਗੱਲ ਨਹੀਂ ਬਣਨੀ, ਗੱਲ ਬਣਨੀ ਹੈ ਭਲੇ ਬਣ ਕੇ, ਭਲਾਈ ਗ੍ਰਹਿਣ ਕਰਕੇ, ਬੁਰਾਈ ਛੱਡ ਕੇ ਗੱਲ ਬਣਨੀ ਹੈ। ਭੱਲਿਆਂ 'ਚ ਜੰਮਣ ਨਾਲ ਕਲਿਆਣ ਨਹੀਂ ਹੋਣੀ, ਜਾਂ ਬੇਦੀਆਂ ਸੋਢੀਆਂ ਤ੍ਰੇੜਾਂ 'ਚ ਜੰਮ ਕੇ। ਇਹ ਤਾਂ ਜਿਹੜਾ ਗੁਰੂ ਦੀ ਸਿੱਖਿਆ ਲੈ ਕੇ ਨਾ ਕਮਾਈ ਕਰੇਗਾ, ਬੁਰਾਈ ਛੱਡੇਗਾ, ਉੱਥੇ ਕਿਰਪਾ ਹੋਣੀ ਆ। ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਬਖ ਕੱਢੇ ਜਜਮਾਲਿਆ। ਥਾਉ ਨਾ ਪਾਨ ਕੂੜਿਆਰ ਮੋਹ ਕਾਲੇ, ਦੋਜਕ ਚਾਲਿਆ ਤੇਰੇ ਨਾਇ ਰਤੇ ਸੇ ਜਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਧਰਮ। ਉੱਥੇ ਤਾਂ ਗੱਲ ਇਉਂ ਬਣਨੀ, ਫਿਰ ਬੜਾ ਸ਼ਰਮਿੰਦਾ ਹੋਇਆ। ਪਹਿਲਾਂ ਤਾਂ ਦੌੜਾ ਹੀ ਆਇਆ ਸੀ, ਮਹਾਰਾਜ ਨੇ ਕਿਹਾ ਮੈਂ ਵੀ ਭੱਲਾ ਹਾਂ। ਜਿਵੇਂ ਅੱਜ ਕੱਲ੍ਹ ਵੀ ਜਾਤਾਂ ਗੋਤਾਂ ਦੇ ਬਹੁਤ ਚੱਲਦੇ ਨੇ, ਇਹ ਆਪਣੀ ਜਾਤ ਦਾ, ਆਪਣੀ ਗੋਤ ਦਾ। ਤੇ ਮਹਾਰਾਜ ਨੇ ਤਾਂ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ, ਭੇਦਭਾਵ ਖਤਮ ਕਰਕੇ ਖਾਲਸੇ ਨੂੰ ਵਡਿਆਈ ਦਿੱਤੀ। ਜੇ ਖਾਲਸੇ ਬਣ ਜਾਈਏ ਫਿਰ ਗੱਲ। ਸੋ ਇਸ ਵਾਸਤੇ ਮਹਾਰਾਜ ਕਿਰਪਾ ਕਰਦੇ ਹਨ। ਪਵਿੱਤ ਸੰਗਤ ਸਬਾਈਆ। ਹਾਂ, ਜੇ ਉਹ ਮਾਤਾ ਜੇ ਤਾਂ ਭਾਨੀ ਬਣ ਜਾਏ ਇਹ ਤਾਂ ਮਾਤਾ ਪੂਜਾ ਯੋਗ ਹੈ। ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਤੇ ਜੇ ਗੁਰੂ ਅਰਜਨ ਸਾਹਿਬ ਵਰਗਾ ਪੁੱਤਰ ਬਣ ਜਾਏ ਫਿਰ ਗੱਲ ਬਣ ਜਾਏਗੀ। ਤੇ ਜੇ ਪਿਰਥੀ ਚੰਦ ਵਾਂਗੂ ਜੰਮਿਆ ਤਾਂ ਉਹ ਵੀ ਹੁਣ ਇਸੇ ਪਰਿਵਾਰ 'ਚ ਹੈ। ਪਰ ਗੁਰੂ ਨਾਨਕ ਦਾ ਪਰਿਵਾਰ ਕਿਹੜਾ? ਗੁਰਸਿੱਖ ਸਾਧ ਸੰਗਤ ਉਹਦਾ ਪਰਿਵਾਰ ਹੈ। ਉਹ ਮਾਤਾ ਜਿਹੜੀ ਮਾਤਾ ਭਾਨੀ ਵਾਂਗ ਬਣੀ ਹੈ, ਪਿਤਾ ਸ਼੍ਰੀ ਗੁਰੂ ਰਾਮਦਾਸ ਵਾਂਗੂ, ਔਰ ਇਸੇ ਤਰ੍ਹਾਂ ਪੁੱਤਰ ਗੁਰੂ ਅਰਜਨ ਸਾਹਿਬ ਵਾਂਗੂ ਬਣੇ ਆ।
ਉਹ ਕਹਿੰਦੇ ਪਰਿਵਾਰ ਜਿਹੜਾ ਸਵਾਇਆ ਸਾਰੇ ਕਲਿਆਣਕਾਰੀ ਹਨ। ਕਹਦੇ ਪਵਿੱਤ ਸੁਣਦੇ ਪਵਿੱਤ, ਜਿਹੜੇ ਤੇਰੇ ਨਾਮ ਬਾਣੀ ਨੂੰ ਸੁਣਦੇ ਆ, ਤੇਰੀ ਨਾਮ ਬਾਣੀ ਦੇ ਬਚਨ ਕਹਿੰਦੇ ਆ, ਇਹ ਬਰਕਤ ਸਾਰੀ ਬਾਣੀ ਦੀ ਹੈ। ਜਿਹੜੇ ਵੀ ਬਾਣੀ ਦੇ ਅਨੁਕੂਲ ਜੀਵਨ ਬਣਾਉਣ ਵਾਲੇ, ਚਾਹੇ ਉਹ ਕਹਿਣ ਵਾਲੇ ਆ ਚਾਹੇ ਸੁਣਨ ਵਾਲੇ ਆ, ਤੇ ਜੇ ਬਾਣੀ ਹੁਣ ਕਹੀ ਜਾਂਦੇ ਆ ਸ਼ਰਾਬ ਪੀਤੀ ਆ, ਉਧਰ ਬਾਣੀ ਦੀ ਪੰਗਤੀ ਵੀ ਬੋਲੀ ਜਾਂਦਾ, ਫਿਰ ਤਾਂ ਗੱਲ ਨਹੀਂ ਨਾ ਬਣਨੀ। ਨਿੰਦਿਆ ਵੀ ਕਰੀ ਜਾਂਦਾ, ਬਾਣੀ ਦੀਆਂ ਗੱਲਾਂ ਵੀ ਕਰਦਾ। ਬਾਣੀ ਜੋ ਕਹਿੰਦੀ ਹੈ ਉਹਦੇ ਅਨੁਕੂਲ ਜਿਨ੍ਹਾਂ ਨੇ ਜੀਵਨ ਬਣਾ ਲਿਆ, ਮਹਾਰਾਜ ਕਹਿੰਦੇ ਉਹ ਪਵਿੱਤਰ ਆ। ਮਹਾਰਾਜ ਨੇ ਕਹਿਣਾ ਇਹ ਨਹੀਂ ਕੀਤੀ ਵੀ ਪੱਖਪਾਤ ਜਾਂ ਲਿਹਾਜ਼। ਜੋ ਅਸਲੀਅਤ ਉਹਦੇ ਬਾਰੇ ਮਹਾਰਾਜ ਨੇ ਕਿਹਾ, ਇਹ ਨਹੀਂ ਵੀ ਮੇਰੇ ਖਾਨਦਾਨ ਦਾ ਭੱਲਿਆਂ 'ਚ ਆ ਕੇ ਭੱਲਾ ਬਣ ਗਿਆ, ਪਵਿੱਤਰ ਬਣ ਗਿਆ। ਆਇਆ ਤਾਂ ਬਹੁਤ ਦੌੜਾ ਸੀ, ਤੇ ਜਦੋਂ ਮਹਾਰਾਜ ਨੇ ਆਹ ਗੱਲ ਕਹੀ ਫਿਰ ਬੜਾ ਸ਼ਰਮਿੰਦਾ ਜਿਹਾ ਹੋਇਆ। ਮਹਾਰਾਜ ਕਹਿੰਦੇ ਤੂੰ ਕਹਿ ਵੀ ਮਹਾਰਾਜ ਭੱਲਿਆਂ 'ਚ ਆਏ, ਮੈਂ ਵੀ ਭੱਲਾ ਆਇਆ, ਉਹਦਾ ਗੱਲ ਨਹੀਂ ਬਣਨੀ। ਆ ਭੱਲੇ ਦਾ ਹਲਵਾਈਆਂ ਦੇ ਦੁਕਾਨਾਂ 'ਤੇ ਵੀ ਵਿਕਦੇ ਫਿਰਦੇ ਆ, ਮਾਂ ਦੇ ਬਣਾਏ ਹੁੰਦੇ ਆ। ਭੱਲੇ ਨਹੀਂ, ਭਲਾ ਬਣਨੇ ਨਾਲ ਗੱਲ ਬਣਨੀ ਆ। ਜਿੰਨਾ ਚਿਰ ਭਲਾਈ ਨਹੀਂ ਆਉਂਦੀ ਉਨਾ ਚਿਰ ਗੁਰੂ ਨਾਨਕ ਸਾਹਿਬ ਦੇ ਘਰੋਂ ਬਖਸ਼ਾ ਨਹੀਂ। ਇੱਥੇ ਤਾਂ ਇਹ ਨਹੀਂ ਵੀ ਪੁੱਤਰ ਦਾ ਲਿਹਾਜ਼ ਆ, ਫਲਾਨੇ ਦਾ ਲਿਹਾਜ਼ ਆ। ਇੱਥੇ ਤਾਂ ਜੋ ਸੇਵਕ ਬਣਿਆ, ਆਪਣਾ ਮਨ ਦਾ ਹੰਕਾਰ ਛੱਡਿਆ, ਸੇਵਕ ਬਣ ਕੇ ਸੇਵਾ ਕੀਤੀ, ਉਹ ਸੇਵਕ ਜਿਹੜਾ ਉਹਦੇ ਸਵਰੇ ਹਲਤ ਪਲਤ, ਜਿਹੜਾ ਸੇਵਕ ਬਣ ਗਿਆ, ਦਾਸ ਬਣ ਗਿਆ। ਹੁਣ ਭਾਈ ਜੀਵਨ ਸਿੰਘ ਜਿਹੜਾ ਸੀ ਉਹ ਮਜ਼੍ਹਬੀਆਂ 'ਚੋਂ ਸੀ, ਪਰ ਸੇਵਕ ਬਣਿਆ, ਮਹਾਰਾਜ ਦਾ ਸੀਸ ਲਿਆ ਦਿੱਲੀ ਤੋਂ, ਤੇ 9ਵੇਂ ਪਾਤਸ਼ਾਹ ਸੇਵਾ ਕੀਤੀ ਅਨੰਦਪੁਰ ਸਾਹਿਬ। ਤੇ ਮਹਾਰਾਜ ਨੇ ਗਲਵੱਕੜੀ 'ਚ ਲੈ ਕੇ ਉਹਨੂੰ ਕਿਹਾ, ਰਗਰੇਟੇ ਗੁਰੂ ਕੇ ਬੇਟੇ, ਤੂੰ ਤਾਂ ਰਘੂਵੰਸ਼ੀ ਆ, ਤੂੰ ਰਘੂਵੰਸ਼ੀ ਆ। ਸੇਵਾ ਤੇ ਖੁਸ਼ ਹੁੰਦੇ ਆ, ਸਿਮਰਨ ਤੇ ਸਤਸੰਗ ਤੇ ਖੁਸ਼ ਹੁੰਦੇ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਉਹ ਕਹਿਣ ਵਾਲੇ, ਉਹ ਸੁਣਨ ਵਾਲੇ, ਜਿਨ੍ਹਾਂ ਨੇ ਗੁਰੂ ਦੇ ਕਹੇ ਵਚਨਾਂ ਨੂੰ ਸੁਣਿਆ ਤੇ ਕਮਾਇਆ, ਉਹ ਪਵਿੱਤਰ ਹਨ। ਸੇ ਪਵਿੱਤ ਜਿਨੀ ਮਨ ਵਸਾਇਆ। ਨਾਲ ਹੀ ਉਤਰਦੇ ਗਏ। ਹੋਰ ਗ੍ਰੰਥ ਪੜ੍ਹੋਗੇ ਪ੍ਰਸ਼ਨ ਕਿਤੇ ਤੇ ਉੱਤਰ ਕਿਤੇ ਲੱਜੂਗਾ, ਪੰਬਲ ਪੂਸੇ ਪੈ ਜਾਊ ਬੰਦਾ। ਬਾਣੀ ਨੂੰ ਗੁਰੂ ਤਾਂ ਕਹਿੰਦੇ ਨਾਲੇ ਪ੍ਰਸ਼ਨ ਨਾਲੇ ਉੱਤਰ ਸਪਸ਼ਟੀਕਰਨ ਕਰ ਜਾਂਦੀ ਹੈ। ਆ ਨਾਲੇ ਉੱਤਰ ਦੇ ਰਹੇ ਆ ਮਹਾਰਾਜ, ਫਿਰ ਪੜ੍ਹ ਪਈ। ਸੇ ਪਵਿੱਤ ਜਿਨੀ ਮਨ ਵਸਾਇਆ। ਉਹ ਪਵਿੱਤਰ ਆ ਕਹਿਣ ਵਾਲਿਆਂ ਸੁਣਨ ਵਾਲਿਆਂ 'ਚੋਂ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਆਪਣੇ ਮਨ 'ਚ ਵਸਾ ਲਿਆ। ਨਿਰਣਾ ਕਰ ਗਏ ਕਿ ਨਹੀਂ ਪੂਰਾ, ਸ਼ੰਕਾ ਨਹੀਂ ਛੱਡ ਕੇ ਗਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਕਹਿਣ ਵਾਲੇ ਵੀ ਬੇਅੰਤ ਆ, ਸੁਣਨ ਵਾਲੇ ਵੀ ਬਹੁਤ ਲੋਕ ਆ। ਪਵਿੱਤਰ ਉਹ ਆ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮਨ 'ਚ ਵਸਾ ਲਿਆ। ਦਸਮ ਪਾਤਸ਼ਾਹ ਨੇ ਵੀ ਕੌਤਕ ਕੀਤਾ ਸੀ ਨਾ, ਭਾਈ ਜੱਗਾ ਹੁੰਦਾ ਸੀ ਮਹਾਰਾਜ ਦੀ ਸੇਵਾ 'ਚ, ਬੜਾ ਨਿਸ਼ਕਾਮ ਸੇਵਕ ਸੀ। ਕਈਆਂ ਨੇ ਬੜੀ ਈਰਖਾ ਕਰਨੀ, ਉਹ ਸੇਵਾ ਕਰਦਾ, ਕਈ ਹੁੰਦੇ ਦੇਖ ਕੇ ਸੜੀ ਜਾਣਗੇ, ਈਰਖਾ ਕਰੀ ਜਾਣਗੇ ਬਿਨਾਂ ਮਤਲਬ ਤੇ। ਮਹਾਰਾਜ ਜਾਣੇ ਜਾਣ ਸੀ। ਮਹਾਰਾਜ ਕਹਿੰਦੇ ਜਗਿਆ ਸੁਣਾ ਬਈ, ਮਹਾਰਾਜ ਅੰਤਰਜਾਮੀ ਹੈ, ਤੁਹਾਨੂੰ ਕੋਈ ਦੱਸਣ ਪੁੱਛਣ ਦੀ ਲੋੜ ਹੈਗੀ ਹੈ? ਆਪ ਜੀ ਤਾਂ ਸਭ ਕੁਝ ਜਾਣਦੇ ਆ, ਕੱਢ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਖੁਸ਼ ਹੋਵੇ, ਦੇਖੋ ਇਹਨੇ ਸ਼ਿਕਾਇਤ ਨਹੀਂ ਲਾਈ ਵੀ ਮੇਰੇ ਨਾਲ ਈਰਖਾ ਕਰਦੇ। ਮਹਾਰਾਜ ਨੇ ਦੀਵਾਨ ਲਾਇਆ, ਕੜਾਹਾ ਜਲਦਾ ਭਰਿਆ, ਉਹਦੇ 'ਚ ਕੁਝ ਪਤਾਸੇ ਪਾਤੇ, ਕੁਝ ਪੱਥਰ ਦੀਆਂ ਗੀਟੀਆਂ ਰੋੜੀਆਂ ਪਾਤੀਆਂ। ਥੋੜ੍ਹੇ ਸਮੇਂ ਬਾਅਦ ਕਹਿਣ ਲੱਗੇ ਪਤਾਸੇ ਲਿਆਓ ਕੱਢ ਕੇ। ਪਤਾਸੇ ਕਿੱਥੋਂ ਲਿਆਉਣ?
ਉਹ ਤਾਂ ਖੁਰ ਕੇ ਪਾਣੀ 'ਚ ਰਲ ਗਿਆ, ਗੀਟੀਆਂ ਹੋ ਗਈਆਂ। ਮਹਾਰਾਜ ਕਹਿੰਦੇ ਉਹ ਈਰ ਖਾਲੂ, ਤੁਹਾਡੀ ਬਿਰਤੀ ਤਾਂ ਇਹਨਾਂ ਪੱਥਰਾਂ ਵਾਲੀ ਹੈ। ਉਹ ਵੀ ਪਾਣੀ ਵਿੱਚ ਹੀ ਆ, ਗੀਟੇ ਪਤਾਸੇ ਵੀ ਪਾਣੀ 'ਚ ਪਾਏ। ਉਹ ਖੁਰ ਕੇ ਪਾਣੀ ਦਾ ਰੂਪ ਹੋ ਗਿਆ, ਆਪਣੀ ਹੋਂਦ ਮਿਟਾਤੀ, ਬਲਕਿ ਪਾਣੀ 'ਤੇ ਆਪਣਾ ਪ੍ਰਭਾਵ ਦੇ ਕੇ ਉਹ 'ਚ ਮਿਠਾਸ ਪੈਦਾ ਕਰ ਗਿਆ। ਮਿਠਾਸ ਭਾਈ ਜੱਗਾ ਤੈਂ ਆਉਣਾ, ਸੇਵਾ ਕਰ ਕਰ ਸਾਡੇ 'ਚ ਭੇਦ ਹੋ ਗਿਆ। ਹੁਣ ਆਪਣੇ ਜੀਵਨ 'ਚੋਂ ਕੜੱਤਣ ਦੂਰ ਕਰਕੇ ਮਿਠਾਸ ਪੈਦਾ ਕਰ ਲਈ ਹੈ। ਕਿਸੇ ਦੀ ਸ਼ਿਕਾਇਤ ਵੀ ਨਹੀਂ ਲਾ ਰਿਹਾ, ਅਸੀਂ ਪੁੱਛ ਰਹੇ ਹਾਂ ਕਿ ਤੁਸੀਂ ਮਸੰਦ ਇਸ ਤਰ੍ਹਾਂ ਹੀ ਜਿਵੇਂ ਪੱਥਰ ਆ, ਤੁਹਾਡੇ ਤੋਂ ਕੋਈ ਅਸਰ ਨਹੀਂ, ਰਹਿੰਦੇ ਇੱਥੇ ਹੀ ਆ। ਫਿਰ ਟਾਈਮ ਨਾਲ ਮਹਾਰਾਜ ਨੇ ਸੋਧੇ ਵੀ ਸੀ ਨਾ, ਇਹ ਸੰਗਤ ਨੂੰ ਖਰਾਬ ਕਰ ਰਹੇ ਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹਨੇ ਮਨ 'ਚ ਵਸਾ ਲਿਆ ਨਾ, ਉਹ ਪਵਿੱਤਰ ਹਨ। ਕਹੈ ਨਾਨਕ ਸੇ ਪਵਿੱਤ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇਖੋ, ਕਮਾਲ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਨੂੰ ਮੋਹਰੇ ਰੱਖਿਆ, ਇਹ ਨਹੀਂ ਕਿ ਮੈਂ ਕਹਿ ਰਿਹਾ ਹਾਂ। ਦੇਖੋ ਕਿੱਡੀ ਵੱਡੀ ਗੱਲ ਹੈ। ਕਹਿੰਦੇ ਕਹਿ ਨਾਨਕ, ਜੋ ਸਾਡੇ ਵੱਡੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਉਸ ਸਿਧਾਂਤ ਨੂੰ ਮੁੱਖ ਰੱਖ ਕੇ ਮਹਾਰਾਜ ਕਹਿੰਦੇ ਅਸੀਂ ਬਚਨ ਕਹਿੰਦੇ ਹਾਂ ਆਪਣੇ ਕੋਲੋਂ ਨਹੀਂ। ਜੋ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ, ਅੱਜ ਬੰਦਾ ਹਉਮੈ ਨੂੰ ਇੰਨੇ ਪੱਠੇ ਪਾਉਂਦਾ, ਉਹ ਕਹੂਗਾ ਮੈਂ ਇਉਂ ਕੀਤਾ, ਮੈਂ ਕਿਹਾ, ਮੇਰਾ ਕਹਿਣਾ ਨਹੀਂ ਮੰਨਿਆ ਤਾਂ ਹੋਇਆ। ਆਪ ਦੇਖੋ ਉਸ ਗੱਦੀ 'ਤੇ ਆ, ਉਹ ਜੋਤ ਆ, ਫਿਰ ਵੀ ਆਪਣੇ ਵੱਡੇ ਸਤਿਗੁਰਾਂ ਦਾ ਕਿੰਨਾ ਸਤਿਕਾਰ ਕੀਤਾ। 10ਵੇਂ ਪਾਤਸ਼ਾਹ ਨੇ ਆਪਾਂ ਅਰਦਾਸ ਕਰਦੇ ਹਾਂ, ਹੁਣ ਹੋਣੀ ਹੈ। ਦੇਖ ਲਓ ਆਪਣਾ ਨਾਂ ਨਹੀਂ ਵਿੱਚ ਦਿੱਤਾ। ਪੌੜੀ ਚੰਡੀ ਦੀ ਵਾਰ ਦੀ ਪਹਿਲੀ ਆ, ਤੇਗ ਬਹਾਦਰ ਸਿਮਰਿਆ ਕਰਨੋਂ ਨਿਧਿਆ ਤਾਂ ਇੱਥੇ ਦੇ ਹਨ। 10ਵੇਂ ਪਾਤਸ਼ਾਹ ਦਾ ਨਾਮ ਭਾਈ ਮਨੀ ਸਿੰਘ ਜੀ ਨੇ। ਗੁਰੂ ਗ੍ਰੰਥ ਸਾਹਿਬ, 5 ਪਿਆਰੇ, 4 ਸਾਹਿਬ ਮੁਕਤੇ, ਸ਼ਹੀਦਾਂ ਮਰੀਦਾਂ ਦੇ ਤਖਤਾਂ ਦੇ ਖਾਲਸੇ ਦੀ ਰਹਿਤ ਮਰਜ਼ਾਦਾ, ਮੰਗਾਂ ਮੰਗੀਆਂ, ਮਨ ਨੀਵਾਂ ਮੱਤ ਉੱਚੀ, ਦੇਤ ਨੇ ਮਿਲੀ, ਇਹ ਭਾਈ ਮਨੀ ਸਿੰਘ ਸਾਹਿਬ ਨੇ ਕੀਤੀ ਸਾਡੀ। ਇਹਦੇ ਵਿੱਚ ਸਾਰਾ ਨਕਸ਼ਾ ਗੁਰੂ ਦੇ ਇਤਿਹਾਸ ਦਾ ਖਿੱਚ ਦਿੱਤਾ। ਅਰਦਾਸ ਕਰਨਾ, ਪੰਛੀ ਝਾਤ ਸਾਰੇ ਇਤਿਹਾਸ 'ਤੇ ਪੁਆਤੀ ਹੈ। ਅਕਾਲ ਪੁਰਖ ਦਾ ਵੀ, ਗੁਰੂਆਂ ਦਾ ਵੀ, ਸ਼ਹੀਦਾਂ ਸਾਰਿਆਂ ਦਾ ਜ਼ਿਕਰ ਕਰਕੇ ਕਮਾਲ ਕਰ ਗਿਆ। ਕੁਝ ਹੀ ਸਮੁੰਦਰ ਬੰਦ ਕਰਨ ਵਾਲੀ ਗੱਲ। ਕੈਸੇ ਵਿਦਵਾਨ ਸੀ ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ, ਕਹਿੰਦੇ ਮੈਂ ਨਹੀਂ ਕਹਿ ਰਿਹਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਪੜ੍ਹ ਪਈ, ਕਹੈ ਨਾਨਕ ਸੇ ਪਵਿੱਤ। ਕਹਿੰਦੇ ਜੋ ਸਾਡੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਉਸੇ ਸਿਧਾਂਤ ਨੂੰ ਮੁੱਖ ਰੱਖ ਕੇ ਅਸੀਂ ਵਚਨ ਕਰਦੇ ਹਾਂ। ਉਹ ਗੁਰਮੁਖ ਪਿਆਰੇ ਪਵਿੱਤਰ ਹਨ। ਜਿਨੀ ਗੁਰਮੁਖ ਹਰ ਹਰ ਧਿਆਇਆ। ਜਿਨੀ ਗੁਰਮੁਖਾਂ ਤੋਂ, ਗੁਰਮੁਖ ਤੋਂ ਸਿੱਖਿਆ ਲੈ ਕੇ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਹੁਣ ਜਿਵੇਂ ਕਈ ਕਹਿੰਦੇ ਜੀ ਮੂਲ ਮੰਤਰ ਜਪਣਾ ਜਾਂ ਜਪ ਜੀ ਵਾਹਿਗੁਰੂ ਵਾਹਿਗੁਰੂ ਕਰਨਾ, ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਆਪਾਂ ਉਵੇਂ ਕਰੀ ਜਾਂਦੇ ਹਾਂ। ਮਰਜ਼ਾਦਾ ਹੈ ਮਹਾਰਾਜ ਨੇ ਬਣਾਈ। ਰਹਿਤਾਂ ਛੱਡ ਕੇ, ਰਹਿਤਾਂ ਧਾਰ ਕੇ ਗੁਰੂ ਗ੍ਰੰਥ ਸਾਹਿਬ ਚਰਨਾਂ 5 ਪੈਰਾਂ ਪੇਸ਼ ਹੋ ਕੇ ਜੋ ਗੁਰਮਰਜ਼ਾਦਾ ਬਣਾਈ ਹੈ। ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁਲ ਲੈ, ਸੋਈ ਸਿੰਘ ਸਜਾਨ ਪਵਨ ਪਹੁਲ ਜੋਤ। ਇਹ ਮਰਜ਼ਾਦਾ ਬਣਾਈ ਹੈ। ਸੰਗਤ ਕੀਨੀ ਖਾਲਸਾ ਮਨਮੁਖੀ ਦੇਹਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਿਹਾ। 5 ਪਿਆਰਿਆਂ ਦੁਆਰਾ ਖੰਡੇ ਵਰਦ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਫਿਰ ਨਾਮ ਬਾਣੀ ਦਾ ਅਭਿਆਸ ਕਰਨਾ, ਉਹ ਮੁੱਲ ਹੈ। ਹੁਣ ਆਪਣੇ ਆਪ ਹੀ ਕੋਈ ਵਰਦੀ ਪਾ ਲਵੇ ਫੌਜ ਦੀ ਜਾਂ ਪੁਲਿਸ ਦੀ, ਉਹਨੂੰ ਕੋਈ ਤਨਖਾਹ ਜਾਂ ਕੋਈ ਰੈਂਕ ਮਿਲੇਗਾ? ਪਤਾ ਲੱਗਿਆ ਸੋ ਕੁੱਟ ਖਾਏਗਾ, ਤੂੰ ਕਿਵੇਂ ਬਣ ਗਿਆ? ਇੱਕ ਮਰਜ਼ਾਦਾ ਹੁੰਦੀ।
ਇਹ ਮਰਜ਼ਾਦਾ ਮਹਾਰਾਜ ਬਣਾ ਗਏ ਪੰਜਾਂ ਪਿਆਰਿਆਂ ਦੁਆਰਾ। ਸੋ ਇਸ ਵਾਸਤੇ ਜਿਹੜਾ ਕਰਨਾ ਕਿ ਅਸੀਂ ਇਉਂ ਕਰ ਲੈਂਦੇ ਹਾਂ, ਹਰ ਚੀਜ਼ ਦੀ ਕੋਈ ਮਰਜ਼ਾਦਾ ਹੁੰਦੀ ਹੈ, ਕੋਈ ਨਿਯਮ ਹੁੰਦਾ ਹੈ, ਅਸੂਲ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਪਵਿੱਤਰ ਹੈ ਜਿਨ੍ਹਾਂ ਨੇ ਗੁਰੂਮੁਖ ਦੁਆਰਾ ਉਪਦੇਸ਼ ਲੈ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਇਹ ਸਾਧ ਸੰਗਤ ਜੀ ਪੌੜੀ ਮਹਾਰਾਜ ਨੇ 16ਵੀਂ ਜਿਹਦੇ ਵਿੱਚ 17ਵੀਂ ਪੌੜੀ ਪਵਿੱਤਰਤਾ ਦਾ, ਪਵਿੱਤਰ ਹੋਣ ਦਾ ਸਾਰਾ ਸਿਧਾਂਤ, ਸਾਰਾ ਉਪਦੇਸ਼ ਜਿਹੜਾ ਇਹ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਇਹ ਨਹੀਂ ਵੀ ਆਮ ਕਵੀਆਂ ਨੂੰ ਗੱਲਾਂ ਬੜਬੜੀਆਂ ਕਰਨੀਆਂ ਤੇ ਹੋਣਾ ਕੁਝ ਨਹੀਂ। ਇਹ ਅਕਾਲੀ ਧੁਰ ਕੀ ਬਾਣੀ ਹੈ। ਪਹਿਲਾਂ ਮਹਾਰਾਜ ਨੇ ਆਪ ਕਮਾਏ ਹੈ, ਆਪਣੇ ਤੇ ਹੰਢਾਏ ਹੈ, ਫੇਰ ਉਪਦੇਸ਼ ਦਿੱਤੇ। ਕੱਲ੍ਹ ਨੂੰ ਇਹ ਨਾ ਕਹੇ ਕਿ ਮਹਾਰਾਜ ਗੱਲਾਂ ਕਰੀ ਗਏ, ਆਪ ਤਾਂ ਕੀਤਾ ਨਹੀਂ। ਤੇ ਜੇ ਮਹਾਰਾਜ ਦਾ ਜੀਵਨ ਪੜ੍ਹੀਏ ਕਿਸ ਤਰ੍ਹਾਂ ਮਹਾਰਾਜ ਨੇ ਘਾਲ ਕਮਾਈ ਕੀਤੀ, ਕਿਸੇ ਨੂੰ ਇਹ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਵੀ ਮਹਾਰਾਜ ਨੇ ਆਪ ਨਹੀਂ ਕੀਤਾ। ਸੋ ਇਸ ਵਾਸਤੇ ਇਸ ਪੌੜੀ ਦੇ ਵਿੱਚ ਪਵਿੱਤਰਤਾ ਕਿਵੇਂ ਆਉਂਦੀ ਹੈ, ਪਰਮੇਸ਼ਰ ਦੇ ਨਾਮ ਦੀ ਬਰਕਤ ਬਾਰੇ ਔਰ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਕਿੰਨੀ ਸ਼ਰਧਾ ਭਗਤੀ ਦੇ ਨਾਲ ਮਹਾਰਾਜ ਨੇ ਪ੍ਰਗਟ ਕੀਤਾ। ਇਹ ਨਹੀਂ ਕਿ ਅਸੀਂ ਹੁਣ ਉਸ ਗੱਦੀ ਤੇ ਬਹਿ ਗਏ ਹਾਂ, ਪਰ ਨਹੀਂ, ਗੱਦੀ ਤੇ ਬੈਠ ਕੇ ਜਦੋਂ ਬਹਿੰਦੇ ਸੀ ਪਹਿਲਾਂ ਗੱਦੀ ਨੂੰ ਨਮਸਕਾਰ ਕਰਦੇ ਸੀ। ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ। ਫਿਰ ਨਿਮਰਤਾ ਧਾਰ ਕੇ ਫਿਰ ਸਜਦੇ ਸੀ। ਇਹ ਨਹੀਂ ਵੀ ਜਿਵੇਂ ਅੱਜ ਕੱਲ੍ਹ ਕਿਸੇ ਨੂੰ ਕੋਈ ਚੀਜ਼ ਮਿਲ ਜਾਏ, ਤਖ਼ਤ ਤੇ ਬਹਿ ਕੇ ਤਖ਼ਤ ਤੇ ਮੂੰਹ ਆਕੜ ਜਾਏ। ਆਮ ਤਾਂ ਲੋਕਾਂ ਦਾ ਇਹੀ ਹੈ, ਤੋ ਤਖ਼ਤੇ ਤੇ ਬਹਿ ਕੇ ਤਖ਼ਤ ਤੇ ਮੂੰਹ ਆਕੜ ਜਾਣਗੇ। ਇਹ ਹੈ ਗੁਰੂ ਨਾਨਕ ਸਾਹਿਬ ਦੀ ਗੱਦੀ। ਪਹਿਲਾਂ ਉਹਨੂੰ ਨਮਸਕਾਰ ਕਰਨੀ। ਇਹ ਮਹਾਰਾਜ ਦਾ ਆਸਣ ਆ, ਧੰਨ ਗੁਰੂ ਨਾਨਕ ਸਾਹਿਬ। ਫਿਰ ਨਮਸਕਾਰ ਕਰਕੇ ਆਪਣੇ ਅੰਦਰ ਨਿਮਰਤਾ, ਗਰੀਬੀ ਧਾਰ ਕੇ ਫਿਰ ਮਹਾਰਾਜ ਨੇ ਭੈ ਅਦਬ ਦੇ ਵਿੱਚ ਇਸ ਆਸਣ ਦੇ ਸਵਾਇਮਾਨ ਹੋ ਕੇ ਗੁਰੂ ਸਾਹਿਬ ਨੂੰ ਸਾਖੀ ਜਾਣ ਕੇ ਫਿਰ ਉਪਦੇਸ਼ ਕਰਦੇ ਰਹੇ। ਗੁਰੂ ਨਾਨਕ ਸਾਹਿਬ ਨੂੰ ਮੁੱਖ ਰੱਖਿਆ ਔਰ ਉਹਨਾਂ ਦੀ ਜੋ ਸਿੱਖਿਆ ਸੀ ਉਸ ਦੇ ਅਨੁਕੂਲ 9 ਗੁਰੂਆਂ ਨੇ ਉਪਦੇਸ਼ ਦਿੱਤੇ। ਅਤੇ ਖਾਲਸੇ ਪੰਥ ਵਿੱਚ ਵੀ ਜਿਹੜੇ ਮਹਾਂਪੁਰਖ ਹੋਏ, ਗੁਰਸਿੱਖ ਹੋਏ ਆ, ਉਹ ਇਸ ਸਿਧਾਂਤ ਵਿੱਚ ਚੱਲੇ। ਉਹਨਾਂ ਨੂੰ ਮਹਾਰਾਜ ਨੇ ਚੜ੍ਹਦੀਆਂ ਕਲਾ ਦਿੱਤੀਆਂ। ਅਤੇ ਜਿਹੜੇ ਪਾਸੇ ਹੋਇਆ 4 ਦਿਨ ਠਾਠਾ ਵਾਗਾ ਜਾਂ ਤਾਂ ਹੋ ਜੂ, ਸਦਾ ਨਹੀਂ ਰਹਿੰਦਾ, ਹਮੇਸ਼ਾ ਨਹੀਂ ਰਹਿੰਦਾ। ਪਰ ਜਿਹੜੇ ਸਿਧਾਂਤ ਵਿੱਚ ਚੱਲੇ ਆ ਉਹਨਾਂ ਗੁਰਸਿੱਖਾਂ ਨੂੰ ਵੀ ਮਹਾਰਾਜ ਨੇ ਬਹੁਤ ਵੱਡੀਆਂ ਵੱਡੀਆਂ ਬਰਕਤਾਂ ਬਖਸ਼ਿਸ਼ ਕੀਤੀਆਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਮਹਾਰਾਜ ਕਿਰਪਾ ਕਰਨ, ਸਾਡੀ ਸਾਰਿਆਂ ਦੀ ਹਾਜ਼ਰੀ ਚਰਨਾਂ 'ਚ ਪ੍ਰਵਾਨ ਕਰਨ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਮਿਹਰ ਕਰਕੇ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਖਾਲਸੇ ਬਾਰੇ ਮਹਾਰਾਜ ਨੇ ਵਚਨ ਕੀਤੇ ਸੀ। ਇੱਕ ਦਿਨ ਚੌਲਾਂ ਦੀਆਂ ਦੇਗਾਂ ਬਣਾਈਆਂ, ਹਰਨ ਛੱਡਦੇ, ਰੱਜ ਕੇ ਢਿੱਡ ਭਰ ਕੇ ਪੂਛਾਂ ਲਾਉਂਦੇ, ਪੂਸੀਆਂ ਮਾਰਦੇ ਚੱਲ ਗਏ। ਦੂਏ ਦਿਨ ਫੇਰ ਕੌਤਕ ਕੀਤਾ, ਕੁੱਤੇ ਕੁੱਤੇ ਛੱਡਦੇ। ਕੁੱਤੇ ਦਾ ਕੁੱਤਾ ਬੈਰੀ ਹੁੰਦਾ। ਵੱਡ ਵੱਡ ਲਹੂ ਲੋਹਾਨ ਹੋ ਗਿਆ, ਖਾਣਾ ਕੀ ਸੀ। ਇਸ ਤਰ੍ਹਾਂ ਕਿਹਾ ਵੀ ਸਿੱਖੋ, ਜੇ ਤਾਂ ਰਲ ਮਿਲ ਕੇ ਚੱਲੋਗੇ ਨਾ ਫਿਰ ਤਾਂ ਹਰਨਾਂ ਵਾਂਗੂ ਆਨੰਦ ਲਓਗੇ। ਜੇ ਕੁੱਤੇ ਵਿਅਕਤੀ ਧਾਰੀ ਨਾ
ਉਹਦੀਆਂ ਲੱਤਾਂ ਖਿੱਚੀ ਗਿਆ, ਉਹਦੀਆਂ ਖਿੱਚੀ ਗਿਆ ਕਿ ਪੱਲੇ ਨਹੀਂ ਕੁਛ ਵੀ ਪੈਣਾ, ਪੱਲੇ ਨਹੀਂ ਪੈਣਾ। ਏਕਤਾ ਇਤਫਾਕ ਮਹਾਰਾਜ ਨੇ ਦ੍ਰਿਸ਼ਟਾਂਤ ਦਿਖਾ ਕੇ ਸਾਨੂੰ ਕੈਸੀਆਂ ਸਿੱਖਿਆ ਦਿੱਤੀਆਂ। ਪਰ ਅੱਜ ਅਸੀਂ ਹੁਣ ਇੱਧਰ ਨੂੰ ਬਹੁਤੇ ਤੁਰੇ ਹੋਏ ਹਾਂ ਕਿ ਮੈਂ ਅੱਗੇ ਆਵਾਂ, ਉਹ ਆਵੇ। ਪਰ ਗੁਰੂ ਨਾਨਕ ਦਾ ਸਿਧਾਂਤ ਹੈ, ਜੋ ਮਹਾਰਾਜ ਦਾ ਫੈਸਲਾ ਸੰਗਤ ਦਾ ਉੱਤੇ ਫੁੱਲ ਚੜਾਉਣਾ, ਏਕਤਾ ਕਰਨੀ, ਇਤਫਾਕ ਕਰਨੀ। ਹਮ ਪਿੱਛੇ ਲੱਗ ਚੱਲੇ, ਉਹ 'ਚ ਫਿਰ ਆਨੰਦ ਵੀ ਰਹਿੰਦਾ, ਬਰਕਤਾਂ ਵੀ ਮਿਲ ਜਾਂਦੀਆਂ, ਮਹਾਰਾਜ ਦੀ ਖੁਸ਼ੀ ਪ੍ਰਸੰਨਤਾ ਵੀ ਮਿਲਦੀ ਹੈ। ਇੰਨੀਆਂ ਹੀ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ। ਪੰਥ ਵਿੱਚ ਇਤਫਾਕ, ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ